कोई जाने ना जाने मेरा सतगुर दिल दिया जाने। कोई जाने ना जाने मेरा सतगुर दिल दिया जाने। कोई जाने ना जाने मेरा सतगुर दिल दिया जाने। सतगुर दिल दिया जाने कांछी वाला दिल दिया जाने। कोई जाने ना जाने मेरा सतगुर दिल दिया जाने। तो जनाब रत्तू रंधावा जी की गल तो थोड़ी नजर कि कंडा लेकिन पिछे नसी कहते गोली का फट सहारा की जेड़े दिले ही गाते ने शेर रात रूना मारना शेर रात रत्तू जिन्हों ने जित की आस रखी माता मैदान को हारना की। बाबा साहब की गुलामा इशारा देते बाबा साहब जी कहते हैं कि जो गुलामा ने बगावत करनी हो घाटे का सौदा एको ही उन्होंने कोल होर कोई बगावत घाटे का सौदा नहीं। उन्होंने पैरों दी बेड़ियां उन्होंने को जाती रहनिया ਜਿਹੜੀਆਂ लोहे ਦੀਆਂ पाइयां होर कोई घाटे का सौदा नहीं। ਅੱਜ ਸਾਡੇ ਕੋਲ ਕੀ ਹੈ ਕੁਝ ਵੀ ਨਹੀਂ ਅਸੀਂ ਫੇਰ ਵੀ ਨਹੀਂ ਬगावत ਕਰਦੇ। तो थोड़ी नजर हल कोहरे ਦੇ ਛਾਂਦੇ ਚੜ ਗਏ ਤੀਰ ਕਮਾਨਾ ਤੇ ਨਿਕਲਦੇ ਹੁਣ ਮੇਰੇ ਨੈਣਾਂ ਵਿੱਚ ਬਦਾਨਾ
ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ, ਬਾਬਾ ਸਾਹਿਬ ਜੀ ਦੇ ਵਿਚਾਰਾਂ ਨਾਲ ਜੋੜਿਆ। ਅਸੀਂ ਸਾਰੇ ਨਗਰ ਨਿਵਾਸੀ ਸ਼੍ਰੀ ਮਲਕੀਤ ਬਬੇਲੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਸਾਡੇ ਸਤੀਸ਼ ਕੁਮਾਰ ਜੀ ਮੜਾਜ ਜੀ, ਜੋ ਕਿ ਨੌਜਵਾਨ ਸਭਾ ਦੇ ਪ੍ਰਧਾਨ ਸਾਹਿਬ ਹਨ, ਉਹਨਾਂ ਦੇ ਸਦਕਾ ਸਹਿਯੋਗ ਦੇ ਨਾਲ ਅੱਜ ਡਾਕਟਰ ਭੀਮ ਰਾਓ ਸਾਹਿਬ ਜੀ ਦਾ ਜੋ ਜਨਮ ਦਿਹਾੜਾ ਮਨਾ ਰਹੇ ਹਾਂ, ਉਹ ਸਾਰੇ ਨਗਰ ਨੂੰ ਬਹੁਤ ਬਹੁਤ ਲੱਖ ਲੱਖ ਵਾਰੀ ਵਧਾਈ ਹੋਵੇ। ਔਰ ਹੁਣ ਮੈਂ ਬੇਨਤੀ ਕਰਦਾ ਹਾਂ, ਸਾਡੇ ਰੂਪਲਾਲ ਜੀ ਬੰਬੀਆਂਵਾਲ ਤੋਂ ਇਹ ਬਾਬਾ ਸਾਹਿਬ ਜੀ ਦੇ ਜੀਵਨ ਦੇ ਬਾਰੇ ਚਾਨਣਾ ਪਾਉਣਗੇ। ਰੂਪਲਾਲ ਜੀ ਬੰਬੀਆਂਵਾਲ ਤੋਂ ਜੀ ਸ਼੍ਰੀ ਮਲਕੀਤ ਜੀ ਦਾ ਸਨਮਾਨ ਕਰਨਾ ਹੈ, ਇਸ ਕਰਕੇ ਸਟੇਜ ਤੇ ਆਉਣਗੇ। ਸ਼੍ਰੀ ਮਲਕੀਤ ਬਬੇਲੀ ਜੀ ਦਾ ਸਨਮਾਨ ਕਰਨਾ। ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਬੇਨਤੀ ਕਰਾਂਗਾ ਸ਼੍ਰੀ ਮਾਨਯੋਗ ਰੂਪਲਾਲ ਜੀ ਬੰਬੀਆਂਵਾਲ ਤੋਂ, ਉਹ ਸਾਨੂੰ ਬਾਬਾ ਸਾਹਿਬ ਜੀ ਦੇ ਜੀਵਨੀ ਬਾਰੇ ਵਿਚਾਰ ਰੱਖਣਗੇ। ਪਹਿਲਾਂ ਪਿੰਡ ਅਲਾਦੀਨਪੁਰ ਦੇ ਨਗਰ ਨਿਵਾਸੀਆਂ ਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 127ਵਾਂ ਜਨਮ ਦਿਨ ਮਨਾਉਣ ਤੇ ਬਹੁਤ ਬਹੁਤ ਧੰਨਵਾਦ। ਕਿਉਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਆਪਾਂ ਨੂੰ ਦੇਣ ਦਿੱਤੀ ਆ, ਉਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਆ। ਮੈਂ ਇੱਥੇ ਗੁਰੂ ਘਰ 'ਚ ਪਹੁੰਚੇ, ਪ੍ਰੋਫੈਸਰ ਜੀ.ਸੀ. ਕੌਲ ਸਾਹਿਬ ਦਾ, ਐਡਵੋਕੇਟ ਹਰਭਜਨ ਸਾਪਲਾ ਜੀ ਦਾ, ਮਾਸਟਰ ਚਮਨਦਾਸ ਜੀ ਦਾ, ਕੋਟ ਤੋਂ ਸਾਡੇ ਕੀਰਤਨ ਰਾਮ ਜੀ ਬਹੁਜਨ ਸਮਾਜ ਪਾਰਟੀ ਦੇ ਜੋ ਕੈਂਟ ਦੇ ਪ੍ਰਧਾਨ ਆ, ਉਹਨਾਂ ਦਾ, ਤੇ ਬਾਕੀ ਸੱਜਣਾ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇੱਕ ਬਾਬਾ ਸਾਹਿਬ ਦੇ ਜਨਮ ਦਿਨ ਤੇ ਸੋਹਣ ਸਹਿਗਲ ਸਾਹਿਬ ਦੀ ਕਵਿਤਾ ਪੜ੍ਹ ਰਿਹਾ। ਬਾਬਾ ਸਾਹਿਬ ਅੰਬੇਡਕਰ ਦੀ ਸੁਣੋ ਕਹਾਣੀ ਨੂੰ, ਜੀਣ ਦਾ ਹੱਕ ਬਰਾਬਰ ਦਿੱਤਾ ਹਰ ਪ੍ਰਾਣੀ ਨੂੰ। ਦੇਸ਼ ਕੌਮ ਦੇ ਲੇਖੇ ਸਾਰਾ ਜੀਵਨ ਲਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ। ਪਿਤਾ ਰਾਮ ਜੀ ਸੂਬੇਦਾਰ, ਮਾਂ ਭੀਮਾ ਬਾਈ ਸੀ, ਵਿੱਚ ਵਿਦੇਸ਼ਾਂ ਭੀਮ ਨੇ ਉੱਚੀ ਵਿਦਿਆ ਪਾਈ ਸੀ। ਆਉਂਦਿਆਂ ਸਾਰ ਸੰਘਰਸ਼ ਵਾਲਾ ਬਿਗਲ ਵਜਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ। ਜਾਤੀਵਾਦ ਨੂੰ ਭੀਮ ਨੇ ਦੱਸਿਆ ਚਾਲ ਸ਼ੈਤਾਨਾਂ ਦੀ, ਜਿਸ ਨੇ ਕੀਤੀ ਵੰਡ ਭਲੇ ਚੰਗੇ ਇਨਸਾਨਾਂ ਦੀ। ਬਾਬਾ ਸਾਹਿਬ ਨੇ ਜਾਤ ਪਾਤ ਦਾ ਥੰਮ ਹਿਲਾ ਦਿੱਤਾ, ਬਣ ਗਏ ਨੰਬਰ 1 ਭੀਮ ਨੇ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ। ਹੋਣਾ ਕਦੇ ਨਿਰਾਸ਼ ਨਾ ਹੋਣਾ ਬੇਆਸ, ਤੁਸੀਂ ਜੋ ਚਾਹੋ ਕਰ ਸਕਦੇ ਹੋ, ਰੱਖਿਓ ਵਿਸ਼ਵਾਸ ਤੁਸੀਂ। ਕਿਹਾ ਜੋ ਬਾਬਾ ਸਾਹਿਬ ਨੇ ਉਹ ਕਰਕੇ ਦਿਖਲਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ। ਆਪਣੇ ਦੀਪਕ ਬਣੋ ਜੇ ਮੁਕਤੀ ਪਾਉਣੀ ਹੈ, ਆਤਮ ਬਲ ਨੂੰ ਸਹਿਜਲ ਬੇੜੀ ਬੰਨੇ ਲਾਉਣੀ ਹੈ। ਆਪਣੀ ਮਦਦ ਆਪ ਕਰੋ ਸਭ ਨੂੰ ਸਮਝਾ ਦਿੱਤਾ, ਬਣ ਗਏ ਨੰਬਰ 1 ਨਵਾਂ ਇਤਿਹਾਸ ਬਣਾ ਦਿੱਤਾ। ਸੋ ਸਾਥੀਓ, ਬੁਲਾਰੇ ਬਹੁਤ ਹੈ, ਮੈਂ ਤਾਂ ਕੋਈ ਇੰਨਾ ਬੁਲਾਰਾ ਨਹੀਂ, ਮੈਂ ਤਾਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਦਾ ਹੀ ਸਮਰਪਿਤ ਰਹਿੰਦਾ। ਮੈਂ ਜੋ ਵੀ ਹੈ ਛੋਟੀ ਜਿਹੀ ਮੈਂ ਦੱਸਣ ਲੱਗਾ, ਬਾਬਾ ਸਾਹਿਬ ਦੀ ਕਿਰਪਾ ਨਾਲ ਇੱਥੇ ਇਸ ਮੁਕਾਮ ਤੇ ਪਹੁੰਚਾ, ਹੋਰ ਕਿਸੇ ਵੀ ਪੀਰ ਪੈਗੰਬਰ ਜਾਂ ਕਿਸੇ ਦਾ ਕਰਕੇ ਨਹੀਂ। ਜੋ ਵੀ ਮੈਂ ਅੱਜ ਨੰਬਰਦਾਰ ਆ, ਪਹਿਲਾਂ ਜੋ ਪਿੰਡਾਂ ਵਿੱਚ ਨੰਬਰਦਾਰ ਹੁੰਦੇ ਸੀਗੇ ਉੱਚੀ ਘਰਾਣੀਆਂ ਦੇ, ਸਾਡੇ ਲੋਕ ਉਹਨਾਂ ਦੇ ਜਾਂਦੇ ਸੀ, ਸਾਡਾ ਕੰਮ ਕਰਾਓ ਜੀ, ਇੱਕ ਬੰਦਾ ਉਹਨਾਂ ਦੇ ਰੱਖਣਾ ਪੈਂਦਾ ਸੀ। ਆ ਜੋ ਵੀ ਹੈਗਾ, ਬਾਬਾ ਸਾਹਿਬ ਜੀ ਨੇ ਨੰਬਰਦਾਰੀ ਦਾ ਹੱਕ ਲੈ ਕੇ ਦਿੱਤਾ ਐਸਸੀ ਦਾ, ਤਾਂ ਅੱਜ ਮੈਨੂੰ ਬੜਾ ਮਾਣ ਆ। ਉਹ ਲੋਕ ਆਉਂਦੇ ਆ, ਜਾਂਦੇ ਆ, ਕੰਮ ਕਰਾਉਂਦੇ ਆ। ਪਹਿਲਾਂ ਜ਼ਿਮੀਂਦਾਰਾਂ ਦੇ, ਹੋਰ ਲੋਕਾਂ ਦੇ ਵੱਡੇ ਵੱਡੇ ਘਰਾਣੇ ਦੇ ਜਾਂਦੇ ਸੀਗੇ, ਤਾਂ ਬੜਾ ਸਾਨੂੰ ਦੁੱਖ ਝੱਲਣੇ ਪੈਂਦੇ ਸੀਗੇ। ਮੈਂ ਆਪਣੀ ਗੱਲ ਦੱਸਦਾ, ਮੈਂ ਜੋ ਵੀ ਹੈਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ। ਬਾਕੀ ਸਾਡੇ ਬੁਲਾਰੇ ਬਹੁਤ ਹੀ ਵਿਦਵਾਨ ਬੁਲਾਰੇ ਆਏ ਆ, ਪ੍ਰੋਫੈਸਰ ਜੀ.ਸੀ. ਕੌਲ, ਐਡਵੋਕੇਟ ਹਰਭਜਨ ਦਾਸ ਜੀ ਸਾਪਲਾ, ਮਾਸਟਰ ਚਮਨਦਾਸ ਜੀ, ਉਹ ਬਾਬਾ ਸਾਹਿਬ ਦੇ ਮਿਸ਼ਨ ਤੇ ਉਹਨਾਂ ਦੇ ਜੋ ਅਧੂਰੇ ਕੰਮ ਆਪਣਾ ਸਾਡੇ ਉਹਨਾਂ ਦੇ ਪੂਰੇ ਦੱਸਣਗੇ। ਇਹਨਾਂ ਸ਼ਬਦਾਂ ਨਾਲ ਮੈਂ ਰਜਾ ਲੱਗਾ। ਜੈ ਭੀਮ। ਹਾਂਜੀ, ਹੁਣ ਮੈਂ ਬੇਨਤੀ ਕਰਦਾ ਆ ਸ਼੍ਰੀ ਜਰਨੈਲ ਨੰਗਲ ਜੀ, ਸੀਨੀਅਰ ਅੰਬੇਦਕਰੀ,
ਜਿਨ੍ਹਾਂ ਨੇ ਕਿ ਫਗਵਾੜੇ ਦੇ ਵਿੱਚ ਜੋ ਕੇਸ ਹੋਇਆ ਹੈ, ਜਿੱਥੇ ਕਿ ਕਾਫੀ ਲੜਾਈ ਝਗੜਾ ਹੋਇਆ ਹੈ, ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਰਿਹਾ ਜੀ। ਮੈਂ ਬੇਨਤੀ ਕਰਦਾ ਹਾਂ ਜੀ। ਨਹੀਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਵਿਰਾਜਮਾਨ ਪਿੰਡ ਅਲਾਦੀਨਪੁਰ ਦੇ ਸਾਰੇ ਸਤਿਕਾਰਯੋਗ ਨੌਜਵਾਨ ਵੀਰ ਬਜ਼ੁਰਗ ਮਾਤਾਵਾਂ ਭੈਣਾਂ, ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਵੀਰ ਸਲਾਰਪੁਰ ਜੀ, ਸਤਿਕਾਰਯੋਗ ਸਾਥੀ ਰਾਜਕੁਮਾਰ ਜੀ, ਬਸਪਾ ਦੇ ਜਲੰਧਰ ਕੈਂਟ ਹਲਕਾ ਦੇ ਪ੍ਰਧਾਨ ਸਾਹਿਬ, ਮੇਰੇ ਨਾਲ ਆਏ ਸਾਥੀ ਭਾਈ ਸਰਬਜੀਤ ਸਿੰਘ ਲਵਾਣਾ ਜੀ, ਸੋਚ ਚੈਰੀਟੇਬਲ ਟਰਸਟ ਦੇ ਜਿਹੜੇ ਪ੍ਰਧਾਨ ਨੇ, ਔਰ ਇਸ ਸਾਰੇ ਸਮਾਗਮ ਦੇ ਪ੍ਰਬੰਧਕ ਸਾਥੀ ਸਾਡੇ ਮਿਸ਼ਨਰੀ ਕਲਾਕਾਰ ਮਲਕੀਤ ਬਵੇਲੀ ਜੀ, ਔਰ ਦਰਜਾ ਬਦਰਜਾ ਸਾਰੇ ਸਤਿਕਾਰਯੋਗ ਸਾਥੀ, ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸਾਥੀਓ, ਅੱਜ ਆਪਾਂ ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 127ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ। ਮੇਰੇ ਤੋਂ ਪਹਿਲਾਂ ਬੁਲਾਰੇ ਸਾਥੀਆਂ ਨੇ, ਸਾਡੇ ਕਲਾਕਾਰ ਸਾਥੀ ਨੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਜਿਨ੍ਹਾਂ ਨੂੰ ਆਪਾਂ ਵੱਖੋ ਵੱਖਰੀਆਂ ਉਪਾਧੀਆਂ ਦੇ ਕੇ ਸੰਬੋਧਨ ਕਰਦੇ ਹਾਂ, ਉਹਨਾਂ ਦਾ ਜੀਵਨ ਜਿਹੜਾ ਆ ਉਹ ਸਾਡੇ ਲਈ ਇੱਕ ਸੰਦੇਸ਼ ਹੈ। ਉਹਨਾਂ ਦਾ ਜੀਵਨ ਸਾਡੇ ਲਈ ਸੰਦੇਸ਼ ਕਿਉਂ ਹੈ? ਤੁਸੀਂ ਸਵੇਰ ਨੂੰ 5 ਵਜੇ ਟੀਵੀ ਔਨ ਕਰ ਲਓ, 50 ਚੈਨਲ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਜਿਹੜੇ ਸਵੇਰੇ 5 ਵਜੇ ਤੋਂ ਲੱਗੇ ਹੋ ਆ ਤੁਹਾਡੀ ਤਕਦੀਰ ਬਦਲਣ ਦੇ ਵਾਸਤੇ, ਜਿਹੜੇ ਤੁਹਾਨੂੰ ਇਹ ਸਿਖਾਉਂਦੇ ਆ, ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੀ ਅਸੀਂ ਤਕਦੀਰ ਜਿਹੜੀ ਹੈ ਮੋਰ ਦੇ ਖੰਭ ਦੇ ਨਾਲ ਬਦਲ ਦੇਵਾਂਗੇ, ਤੁਹਾਡੀ ਤਕਦੀਰ ਜਿਹੜੀ ਹੈ ਉਹ ਤਾਸ਼ ਦੇ ਪੱਤਿਆਂ ਦੇ ਨਾਲ ਬਦਲ ਦੇਵਾਂਗੇ। ਕੋਈ ਤੁਹਾਨੂੰ ਕਹਿੰਦਾ ਵੀ ਰਸਗੁੱਲੇ ਗੁਲਾਬ ਜਾਮਣਾ ਖਾ ਲਓ, ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਖਾ ਲਓ, ਜਾਂ ਚਟਣੀ ਦੇ ਰੰਗ ਬਦਲ ਲਓ, ਤੁਹਾਡੀ ਤਕਦੀਰ ਬਦਲ ਹੋ ਜਾਏਗੀ। ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਦਾਂ ਦੇ ਮਹਾਨ ਮਹਾਪੁਰਸ਼ ਹੋਏ ਆ ਜਿਨ੍ਹਾਂ ਨੇ ਤੁਹਾਨੂੰ ਇਦਾਂ ਦਾ ਕੋਈ ਅਡੰਬਰ ਕਰਨ ਦੇ ਵਾਸਤੇ ਨਹੀਂ ਕਿਹਾ, ਕੋਈ ਤੁਹਾਨੂੰ ਇਦਾਂ ਦਾ ਧਵੰਜ ਕਰਨ ਵਾਸਤੇ ਨਹੀਂ ਕਿਹਾ। ਤੁਹਾਨੂੰ ਉਹਨਾਂ ਨੇ ਸੁੱਤਿਆਂ ਪਿਆਂ ਦੇ ਸਰਾਣੇ ਅਧਿਕਾਰ ਰੱਖ ਕੇ ਕਰੋੜਾਂ ਲੋਕਾਂ ਦੀ ਤਕਦੀਰ ਜਿਹੜੀ ਹੈ ਆਪਣੇ ਕਲਮ ਦੇ ਜ਼ੋਰ ਦੇ ਉੱਤੇ ਬਦਲ ਕੇ ਰੱਖ ਦਿੱਤੀ। ਇਦਾਂ ਦਾ ਬਾਬਾ ਨਹੀਂ ਤੁਹਾਨੂੰ ਲੱਭ ਸਕਦਾ। ਕਿਉਂਕਿ ਮੈਂ ਇਹ ਗੱਲ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅੱਜ ਆਪਾਂ ਜਿਸ ਮਹਾਨ ਰਹਿਬਰ ਦਾ ਜਨਮ ਦਿਨ ਮਨਾ ਰਹੇ ਹਾਂ, ਉਸ ਮਹਾਨ ਰਹਿਬਰ ਦੀ ਸਾਨੂੰ ਦੇਣ ਕੀ ਹੈ? ਆ ਜਿਹੜੇ ਸੋਹਣੇ ਮਹਿਲ ਮਨਾਰੇ ਅੱਜ ਪਏ ਆ ਨਾ, ਆ ਜਿਹੜੇ ਸੋਹਣੇ ਮਹਿਲ ਮਨਾਰੇ ਪਏ ਆ, ਆ ਜਿਹੜੇ ਤਨ ਦੇ ਉੱਤੇ ਸੋਹਣੇ ਕੱਪੜੇ ਆ, ਆ ਜਿਹੜੀ ਬੁਲੰਦ ਆਵਾਜ਼ ਦੇ ਵਿੱਚ ਅਸੀਂ ਗੱਲ ਕਰ ਰਹੇ ਆ, ਆ ਜਿਹੜੇ ਸੋਹਣੇ ਮੈਟ ਗੱਦਿਆਂ ਦੇ ਉੱਤੇ ਅਸੀਂ ਬੈਠੇ ਆ, ਇਹ ਕਿਸੇ ਰਾਜੇ ਰਾਣੇ ਜਾਂ ਦੇਵੀ ਦੇਵਤੇ ਦੀ ਬਦੌਲਤ ਨਹੀਂ ਹੈ, ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਹੈ। ਲੇਕਿਨ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਥੋੜਾ ਜਿਹਾ ਜਿਹੜਾ ਇਕੱਠ ਹੈ ਨਗਰ ਦਾ, ਇਹ ਤੋਂ ਥੋੜਾ ਜਿਹਾ ਮਨ ਦੁਖੀ ਜ਼ਰੂਰ ਹੁੰਦਾ ਹੈ ਕਿ ਇਦਾਂ ਦੇ ਮਹਾਨ ਮਹਾਪੁਰਸ਼ ਦਾ ਜਨਮ ਦਿਨ ਮਨਾ ਰਹੇ ਹਾਂ, ਔਰ ਹਾਲ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਬੀਬੀਆਂ ਦੀ ਮਰਦਾਂ ਨਾਲੋਂ ਵੱਧ ਆ। ਇਹ ਗੱਲ ਜਿਹੜੀ ਹੈ ਵਿਚਾਰਨ ਵਾਲੀ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਬਾਬਾ ਸਾਹਿਬ ਦੇ ਉਸ ਮਿਸ਼ਨ ਨੂੰ, ਬਾਬਾ ਸਾਹਿਬ ਦੇ ਉਸ ਸੁਨੇਹੇ ਨੂੰ ਨਹੀਂ ਸਮਝ ਪਾਏ, ਬਾਬਾ ਸਾਹਿਬ ਦੀ ਉਸ ਕੁਰਬਾਨੀ ਨੂੰ, ਉਸ ਬਲਿਦਾਨ ਨੂੰ ਸਮਝ ਨਹੀਂ ਪਾਏ, ਤਾਂ ਫਿਰ ਬਾਬਾ ਸਾਹਿਬ ਦੇ ਜਿਹੜੇ ਜਨਮ ਦਿਨ ਮਨਾਉਣ ਦਾ ਮਕਸਦ ਜਿਹੜਾ ਆ ਉਹ ਸਾਡਾ ਪੂਰਾ ਨਹੀਂ ਹੋ ਸਕਦਾ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਜਿਉਂਦੇ ਜੀ ਇਹ ਗੱਲ ਕਹੀ ਸੀ ਜਦੋਂ ਉਹਨਾਂ ਦਾ ਜਨਮ ਦਿਨ ਨਾਗਪੁਰ ਦੇ ਵਿੱਚ ਮਨਾਇਆ ਗਿਆ, ਉਹਨਾਂ ਨੂੰ ਉਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ, ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਜਿਉਂਦੇ ਜੀ ਆਪਣੇ ਪੈਰੋਕਾਰਾਂ ਨੂੰ ਇਹ ਗੱਲ ਕਹੀ ਸੀ ਕਿ ਮੇਰੀ ਜੈ ਜੈਕਾਰ ਕਰਨ ਦੀ ਬਜਾਏ ਮੇਰੇ ਅਧੂਰੇ ਕੰਮ ਨੂੰ ਪੂਰਾ ਕਰਨ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿਓ। ਇਦਾਂ ਦਾ ਉਹ ਕਿਹੜਾ ਅਧੂਰਾ ਕੰਮ ਸੀ ਜਿਹੜਾ ਉਹ ਛੱਡ ਗਏ, ਜਿਹਨੂੰ ਪੂਰਾ ਕਰਨ ਦੇ ਲਈ ਸਾਨੂੰ ਜਾਨ ਦੀ ਬਾਜ਼ੀ ਲਗਾਉਣ ਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸੁਨੇਹਾ ਦੇ ਗਏ? ਉਹ ਕਿਹੜਾ ਇਦਾਂ ਦਾ ਕੰਮ ਸੀ? ਉਹ ਸਾਨੂੰ ਵਿਚਾਰਨ ਦੀ ਲੋੜ ਹੈ। ਲੇਕਿਨ ਜਦੋਂ ਆਪਾਂ ਇਦਾਂ ਦੇ ਸਮਾਗਮਾਂ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਤਿੰਨ ਤਰ੍ਹਾਂ ਦੇ ਵਿਕਲਪ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਹੁੰਦੇ ਆ।
ਪਹਿਲਾ ਵਿਕਲਪ ਹੁੰਦਾ ਵੀ ਲਿਸਨ ਐਂਡ ਇਗਨੋਰ, ਵੀ ਸੁਣ ਲਓ ਤੇ ਸੁਣ ਕੇ ਅਣਗੌਲ ਦਿਓ, ਜਿੱਦਾਂ ਆਪਾਂ ਅਕਸਰ ਹੀ ਕਰਦੇ ਹਾਂ ਵੀ ਇਧਰੋਂ ਪਾਇਆ ਤੇ ਇਧਰੋਂ ਕੱਢ ਦਿੱਤਾ। ਔਰ ਦੂਸਰਾ ਸਾਡੇ ਕੋਲ ਵਿਕਲਪ ਹੁੰਦਾ ਹੈ ਲਿਸਨ ਐਂਡ ਸਟੋਰ, ਵੀ ਸੁਣ ਲਓ ਤੇ ਸੁਣ ਕੇ ਆਪਣੇ ਕੋਲ ਰੱਖ ਲਓ। ਤੀਸਰਾ ਵਿਕਲਪ ਹੁੰਦਾ ਹੈ ਲਿਸਨ ਐਂਡ ਐਕਟ, ਵੀ ਸੁਣ ਲਓ ਤੇ ਸੁਣ ਕੇ ਉਸ ਦੱਸੇ ਹੋਏ ਰਾਸਤੇ ਦੇ ਉੱਤੇ ਚੱਲ ਪਾਓ। ਸਤਿਕਾਰਯੋਗ ਸਾਧ ਸੰਗਤ ਜੀ, ਨਾ ਸੁਣ ਕੇ ਅਣਗੌਲਣ ਦੇ ਵਿੱਚ ਕੋਈ ਫਾਇਦਾ, ਨਾ ਸੁਣ ਕੇ ਆਪਣੇ ਕੋਲ ਰੱਖਣ ਦੇ ਵਿੱਚ ਕੋਈ ਫਾਇਦਾ। ਜਿੰਨੀ ਦੇਰ ਤੱਕ ਸੁਣ ਕੇ ਉਸ ਦੱਸੇ ਹੋਏ ਰਾਸਤੇ ਦੇ ਉੱਤੇ ਚੱਲਦੇ ਨਹੀਂ, ਉਨੀ ਦੇਰ ਤੱਕ ਸਾਡਾ ਪਾਰ ਉਤਾਰਾ ਹੋਣ ਵਾਲਾ ਨਹੀਂ ਹੈ। ਇਹ ਗੱਲ ਲੜ ਬਣ ਕੇ ਜਾਏ। ਇਸ ਕਰਕੇ ਅੱਜ ਸਾਨੂੰ ਜਿੰਨੇ ਵੀ ਬੁਲਾਰੇ, ਚਾਹੇ ਮੇਰੇ ਤੋਂ ਬਾਅਦ ਕੋਈ ਬੋਲੇ, ਚਾਹੇ ਮੇਰੇ ਤੋਂ ਕੋਈ ਪਹਿਲਾਂ ਬੋਲ ਗਿਆ, ਉਹਨਾਂ ਦੀ ਗੱਲ ਨੂੰ ਸੁਣ ਕੇ ਬਾਬਾ ਸਾਹਿਬ ਦੇ ਦੱਸੇ ਹੋਏ ਸੁਨੇਹੇ ਨੂੰ ਅਪਣਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣਾ ਸਮਾਂ ਜਿਹੜਾ ਹੈ ਜ਼ਰੂਰ ਲਗਾਉਣਾ। ਇਦਾਂ ਦਾ ਸੰਕਲਪ ਕਰਕੇ ਇਸ ਗੁਰੂ ਘਰ ਤੋਂ ਜਾਇਓ, ਤਦ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਸੁਖਾਵਾਂ ਹੋ ਸਕਦਾ ਹੈ। ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜੀਵਨ, ਉਹਨਾਂ ਦਾ ਜੀਵਨ ਜਿਹੜਾ ਆ ਉਹ ਸਾਡੇ ਲਈ ਸੁਨੇਹਾ ਕਿਉਂ, ਸੰਦੇਸ਼ ਕਿਉਂ ਹੈ। ਬਾਬਾ ਸਾਹਿਬ ਨੂੰ ਆਪਾਂ ਵੱਖੋ ਵੱਖਰੀਆਂ ਉਪਾਧੀਆਂ ਦੇ ਕੇ ਸੰਬੋਧਨ ਕਰਦੇ ਹਾਂ। ਨਾਰੀ ਜਾਤੀ ਦੇ ਮੁਕਤੀ ਦਾਤਾ, ਨਾਰੀ ਜਾਤੀ ਦੇ ਮੁਕਤੀ ਦਾਤਾ ਕਿੱਦਾਂ ਬਣੇ ਹੋ? ਨਾਰੀ ਜਾਤੀ ਦੇ ਮੁਕਤੀ ਦਾਤਾ ਬਣਨ ਦੇ ਪਿੱਛੇ ਇਤਿਹਾਸ ਕੀ ਹੈ? ਇੱਥੋਂ ਬੁਲਾਰੇ ਉਹਨਾਂ ਦਾ ਜ਼ਿਕਰ ਕਰ ਰਹੇ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕਲਾਸ ਦੇ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਵਿਤਕਰੇ ਦਾ ਸਾਹਮਣਾ ਕਿਸ ਹੱਦ ਤੱਕ ਕਰਨਾ ਪਿਆ ਕਿ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਕੂਲ ਦੇ ਵਿੱਚ ਪੜ੍ਹਨ ਗਏ ਤਾਂ ਉਹਨਾਂ ਨੂੰ ਬਾਕੀ ਬੱਚਿਆਂ ਤੋਂ ਅਲੱਗ ਨਹੀਂ ਬਿਠਾਇਆ ਜਾਂਦਾ ਸੀ, ਕਲਾਸਰੂਮ ਤੋਂ ਬਾਹਰ ਬਿਠਾਇਆ ਜਾਂਦਾ ਸੀ। ਜਿਸ ਕਲਾਸ ਦੇ ਵਿੱਚ ਬਾਕੀ ਬੱਚੇ ਬੈਠੇ ਸੀ ਉਹਨਾਂ ਤੋਂ ਅਲੱਗ ਬਾਹਰ ਬਿਠਾਇਆ ਜਾਂਦਾ ਸੀ। ਉਸ ਘੜੇ ਦੇ ਵਿੱਚੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਬਾਬਾ ਸਾਹਿਬ ਨੂੰ, ਜਿਸ ਘੜੇ ਦੇ ਵਿੱਚੋਂ ਬਾਕੀ ਬੱਚੇ ਪਾਣੀ ਪੀਂਦੇ ਸੀ। ਤਾਂ ਬਾਬਾ ਸਾਹਿਬ ਦੇ ਜੀਵਨ ਦੀ ਉਹ ਬਚਪਨ ਦੀ ਘਟਨਾ ਕਿ ਜਦੋਂ ਬਾਬਾ ਸਾਹਿਬ ਸਕੂਲ ਦੇ ਵਿੱਚ ਪੜ੍ਹਨ ਗਏ ਤਾਂ ਕਲਾਸ ਦੇ ਵਿੱਚ ਮਾਸਟਰ ਆਇਆ। ਮਾਸਟਰ ਨੇ ਬੱਚਿਆਂ ਨੂੰ ਕੋਲੋਂ ਸਵਾਲ ਪੁੱਛਿਆ ਕਿ ਬੱਚਿਓ, ਇਦਾਂ ਦੀ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ? ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਲਾਸ ਤੋਂ ਬਾਹਰ ਬੈਠੇ ਆ, ਬੱਚੇ ਅੰਦਰ ਜਿਹੜੇ ਬੈਠੇ ਆ ਉਹਨਾਂ ਨੇ ਜਵਾਬ ਦਿੱਤਾ ਕਿ ਮਾਸਟਰ ਜੀ, ਉਹ ਸੂਰਜ ਹੈ, ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਮਾਸਟਰ ਖੁਸ਼ ਹੋ ਕੇ ਜਦੋਂ ਕਲਾਸਰੂਮ ਦੇ ਵਿੱਚੋਂ ਬਾਹਰ ਜਾਣ ਲੱਗਾ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਉੱਠ ਕੇ ਖੜੇ ਹੋ ਗਏ। ਬਾਬਾ ਸਾਹਿਬ ਜੀ ਉੱਠ ਕੇ ਖੜੇ ਹੋਏ, ਉਹਨਾਂ ਨੇ ਮਾਸਟਰ ਨੂੰ ਰੋਕਿਆ ਕਿ ਮਾਸਟਰ ਜੀ, ਤੁਹਾਡੇ ਸਵਾਲ ਦਾ ਮੈਂ ਵੀ ਜਵਾਬ ਦੇਣਾ ਚਾਹੁੰਦਾ। ਤਾਂ ਮਾਸਟਰ ਕਹਿੰਦਾ, ਭੀਮਾ ਕੀ, ਬੋਲ। ਤਾਂ ਬਾਬਾ ਸਾਹਿਬ ਕਹਿੰਦੇ ਕਿ ਤੁਸੀਂ ਸਵਾਲ ਪੁੱਛਿਆ ਬੱਚਿਆਂ ਕੋਲੋਂ ਵੀ ਇਦਾਂ ਦੀ ਉਹ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ? ਬੱਚੇ ਕਹਿੰਦੇ ਉਹ ਸੂਰਜ ਹੈ, ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਮੇਰਾ ਜਵਾਬ ਦੂਸਰਾ ਹੈ। ਮਾਸਟਰ ਕਹਿੰਦਾ, ਭੀਮਾ ਕੀ? ਕਹਿੰਦੇ ਮਾਸਟਰ ਜੀ, ਆਹ ਪਾਣੀ ਦਾ ਘੜਾ ਆ, ਮੈਂ ਇਹਨੂੰ ਦੇਖ ਤਾਂ ਸਕਦਾ ਪਰ ਛੂ ਨਹੀਂ ਸਕਦਾ। ਤਾਂ ਸੋਚ ਕੇ ਦੇਖੋ ਬਾਲ ਅਵਸਥਾ ਦੇ ਵਿੱਚ ਬਾਬਾ ਸਾਹਿਬ ਦੇ ਦਿਮਾਗ ਦੇ ਵਿੱਚ ਉਸ ਵੇਲੇ ਕੀ ਚੱਲਦਾ ਹੋਏਗਾ। ਮਾਸਟਰ ਨੇ ਬਾਬਾ ਸਾਹਿਬ ਨੂੰ ਇੱਕ ਹੋਰ ਸਵਾਲ ਕੀਤਾ, ਕਹਿੰਦੇ ਭੀਮਾ, ਤੂੰ ਪੜ੍ਹ ਕੇ ਕੀ ਲੈਣਾ? ਬਾਬਾ ਸਾਹਿਬ ਕਹਿੰਦੇ ਪੜ੍ਹ ਕੇ ਵਿਦਵਾਨ ਬਣਾਂਗੇ, ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਵਾਸਤੇ ਉਪਰਾਲਾ ਕਰਾਂਗੇ। ਮਾਸਟਰ ਕਹਿੰਦਾ ਸਾਡੀ ਮਨੋ ਸਿਮਰਤੀ ਦੇ ਵਿੱਚ ਲਿਖਿਆ ਕਿ ਜੇ ਕੋਈ ਸ਼ੂਦਰਾਂ ਦਾ ਬੱਚਾ ਪੜ ਜਾਏ ਤਾਂ ਉਹਦੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਂਦੀਆਂ। ਬਾਬਾ ਸਾਹਿਬ ਨੇ ਜਵਾਬ ਦਿੱਤਾ ਕਿ ਮਾਸਟਰ ਜੀ, ਮੈਨੂੰ ਇਹ ਨਹੀਂ ਪਤਾ ਕਿ ਜੇ ਮੈਂ ਪੜ ਗਿਆ ਤਾਂ ਮੇਰੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਣਗੀਆਂ, ਪਰ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਜ਼ਰੂਰ ਕਰਦਾ ਕਿ ਜੇ ਮੈਂ ਪੜ ਗਿਆ ਤਾਂ ਤੁਹਾਡੀ ਉਸ ਮਨੋ ਸਿਮਰਤੀ ਨੂੰ ਅੱਗ ਜ਼ਰੂਰ ਲਾਉਂਗਾ ਜਿਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਾਡੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਣਗੀਆਂ। ਬਈ ਜਿਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਤੁਹਾਡੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਣਗੀਆਂ, ਤੁਹਾਡੀ ਉਸ ਕਹਿੰਦੇ ਮਨੋ ਸਿਮਰਤੀ ਨੂੰ ਅੱਗ ਜ਼ਰੂਰ ਲਾਏਗਾ। ਮਨੋ ਸਿਮਰਤੀ ਕੀ ਸੀ? ਮੈਂ ਜਿਹੜੀ ਗੱਲ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿਉਂਕਿ ਸਾਡੀਆਂ ਮਾਤਾਵਾਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਬੈਠੀਆਂ। ਨਾਰੀ ਜਾਤੀ ਦੇ ਮੁਕਤੀ ਦਾਤਾ ਕਿਉਂ ਕਿਹਾ ਜਾਂਦਾ ਹੈ? ਇਹ ਦੇਸ਼ ਦਾ ਇਤਿਹਾਸ ਹੈ, ਕਾਲਾ ਇਤਿਹਾਸ ਇਸ ਦੇਸ਼ ਦਾ, ਕਿ 26 ਜਨਵਰੀ 1818 ਨੂੰ ਇਸ ਦੇਸ਼ ਦੇ ਅੰਦਰ ਔਰਤ ਦੀ ਵਿਕਰੀ ਦੇ ਉੱਤੇ ਰੋਕ ਲੱਗੀ। ਇਹਦਾ ਮਤਲਬ ਕਿ 26 ਜਨਵਰੀ 1818 ਤੋਂ ਪਹਿਲਾਂ ਇਸ ਦੇਸ਼ ਦੇ ਅੰਦਰ ਔਰਤ ਜਿਹੜੀ ਹੈ ਉਹ ਸ਼ਹਿਰੇ ਬਾਜ਼ਾਰ ਨਿਲਾਮ ਕੀਤੀ ਜਾਂਦੀ ਸੀ। ਇਤਿਹਾਸ ਤੁਸੀਂ ਪੜ੍ਹਿਆ ਹੋਣਾ, ਇਤਿਹਾਸ ਤੁਸੀਂ ਦੇਖਿਆ ਹੋਣਾ, ਮਹਾਭਾਰਤ ਦੀ ਉਹ ਕਹਾਣੀ ਤੁਸੀਂ ਦੇਖੀ ਹੋਣੀ ਹੈ
ਕਿ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਭੀਸ਼ਮ ਪਿਤਾਮਾ ਵਰਗੇ ਕਹਿੰਦੇ ਆ, ਜਿਹੜੇ ਲੋਕ ਆਪਣੇ ਆਪ ਨੂੰ ਧਰਮਰਾਜ ਕਹਿੰਦੇ ਆ, ਯੁਧਿਸ਼ਟਰ ਵਰਗੇ, ਉਹਨਾਂ ਲੋਕਾਂ ਨੇ ਆਪਣੀ ਧਰਮ ਪਤਨੀ ਨੂੰ ਜੂਹੇ ਦੇ ਵਿੱਚ ਸਾਡੇ ਦੇਸ਼ ਦਾ ਆ। ਲੇਕਿਨ ਇਹਨੂੰ ਬਦਲਿਆ ਕਿੱਦਾਂ? ਇਹਨੂੰ ਬਦਲਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ। ਇਸ ਦੇਸ਼ ਦੇ ਅੰਦਰ 33 ਕਰੋੜ ਦੇਵੀ ਦੇਵਤੇ ਆਏ ਆ, ਜਿਨ੍ਹਾਂ ਦੀ ਗੱਲ ਤੁਹਾਨੂੰ ਸਾਰੇ ਸੁਣਾਉਂਦੇ ਆ, ਲੇਕਿਨ 33 ਕਰੋੜ ਦੇਵੀ ਦੇਵਤੇ ਤੁਹਾਡੇ ਕਿਸੇ ਕੰਮ ਨਹੀਂ ਆਏ। ਜਿੰਨੇ ਮਰਜ਼ੀ ਤੁਸੀਂ ਨੱਕ ਰਗੜ ਲੈ, ਜਿੰਨੇ ਮਰਜ਼ੀ ਤੁਸੀਂ ਮੱਥੇ ਰਗੜ ਲੈ, ਜਿੱਥੇ ਮਰਜ਼ੀ ਜਾ ਕੇ, ਚਾਹੇ ਪਹਾੜਾਂ ਦੇ ਵਿੱਚ ਰਗੜ ਲੈ, ਚਾਹੇ ਜਿੱਥੇ ਮਰਜ਼ੀ ਹੋਰ ਰਗੜ ਲੈ, ਲੇਕਿਨ 33 ਕਰੋੜ ਦੇਵੀ ਦੇਵਤੇ ਇਸ ਦੇਸ਼ ਦੇ ਅੰਦਰੋਂ ਸਤੀ ਪ੍ਰਥਾ ਨੂੰ ਖਤਮ ਨਹੀਂ ਕਰ ਸਕੇ। ਇਸ ਦੇਸ਼ ਦੇ ਅੰਦਰ ਔਰਤ ਜਿਹੜੀ ਹੈ ਉਹਦੇ ਉੱਤੇ ਕਿੰਨੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀ, ਕਿੰਨੀਆਂ ਪਾਬੰਦੀਆਂ ਇਸ ਦੇਸ਼ ਦੇ ਅੰਦਰ ਔਰਤ ਦੇ ਉੱਤੇ ਲੱਗੀਆਂ ਹੋਈਆਂ ਸੀ ਕਿ ਇੱਕ ਔਰਤ ਜਿਹੜੀ ਹੈ ਅਗਰ ਉਹਦਾ ਪਤੀ ਮਰ ਜਾਂਦਾ, ਇੱਕ ਔਰਤ ਜਿਹੜੀ ਹੈ ਅਗਰ ਉਹਦਾ ਪਤੀ ਮਰ ਜਾਂਦਾ ਤਾਂ ਉਹਨੂੰ ਉਸ ਪਤੀ ਦੀ ਚਿਖਾ ਦੇ ਵਿੱਚ ਜਲਦੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ, ਉਹਨੂੰ ਸਤੀ ਕਰ ਦਿੱਤਾ ਜਾਂਦਾ ਸੀ। ਔਰ ਸਤੀ ਵੀ ਕਿੱਦਾਂ ਕੀਤਾ ਜਾਂਦਾ ਸੀ ਕਿ ਸਾਰਾ ਨਗਰ ਇਕੱਠਾ ਹੋ ਜਾਂਦਾ ਸੀ, ਸਿਵਾ ਬਲਦਾ ਸੀ ਉਹਦੇ ਪਤੀ ਦਾ, ਤੇ ਢੋਲ ਟਮੱਕੇ ਵਜਾਏ ਜਾਂਦੇ ਸੀ ਤਾਂ ਕਿ ਉਸ ਔਰਤ ਦੀਆਂ ਚੀਖਾਂ ਦੇ ਨਾਲ ਕਿਸੇ ਦਾ ਮਨ ਨਾ ਪਿਘਲ ਜਾਵੇ, ਕਿਸੇ ਨੂੰ ਤਰਸ ਨਾ ਆ ਜਾਵੇ। ਢੋਲ ਟਮੱਕੇ ਵਜਾ ਕੇ ਉਸ ਔਰਤ ਨੂੰ ਉਸ ਚਿਖਾ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇਹ ਇਤਿਹਾਸ ਹੈ ਇਸ ਦੇਸ਼ ਦਾ। ਲੇਕਿਨ ਜਿਹੜਾ ਮਰਦ ਹੈ, ਮਰਦ ਆਪਣੀ ਘਰਵਾਲੀ ਦੇ ਜਿਉਂਦੇ ਜੀ 2 ਵਿਆਹ ਵੀ ਕਰਾ ਸਕਦਾ ਸੀ, 4 ਵੀ ਕਰਾ ਸਕਦਾ ਸੀ, 10 ਵੀ ਕਰਵਾ ਸਕਦਾ ਸੀ, ਕੋਈ ਪਾਬੰਦੀ ਨਹੀਂ ਸੀ ਮਰਦ ਦੇ ਉੱਤੇ। ਲੇਕਿਨ ਔਰਤ ਨੂੰ ਆਪਣੇ ਪਤੀ ਦੀ ਚਿਖਾ ਦੇ ਵਿੱਚ ਜਿਉਂਦੇ ਜੀ ਸੁੱਟ ਦਿੱਤਾ ਜਾਂਦਾ ਸੀ। ਜੇ ਸਤੀ ਪ੍ਰਥਾ ਖਤਮ ਹੋਈ ਤਾਂ ਔਰਤ ਤੇ ਪਾਬੰਦੀ ਲਗਾਤੀ ਕਿ ਉਹਦਾ ਮਰਦ ਜੇ ਮਰ ਗਿਆ ਤਾਂ ਸਾਰੀ ਜ਼ਿੰਦਗੀ ਉਹਨੂੰ ਆਪਣੇ ਮੱਥੇ ਦੇ ਉੱਤੇ ਵਿਧਵਾ ਦਾ ਕਲੰਕ ਲੈ ਕੇ ਜਿਉਣ ਲਈ ਮਜਬੂਰ ਕੀਤਾ ਜਾਂਦਾ ਸੀ। ਜੇ ਅੱਜ ਔਰਤ ਜਿਹੜੀ ਹੈ ਇਸ ਦੇਸ਼ ਦੇ ਅੰਦਰ ਮਰਦ ਦੇ ਬਰਾਬਰ ਖੜੀ ਹੋਈ ਹੈ, ਜੇ ਅੱਜ ਔਰਤ ਇਸ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਤੱਕ ਬਣੀ ਹੈ, ਜੇ ਅੱਜ ਔਰਤ ਇਸ ਦੇਸ਼ ਦੇ ਅੰਦਰ ਰਾਸ਼ਟਰਪਤੀ ਤੱਕ ਬਣੀ ਹੈ, ਜੇ ਅੱਜ ਔਰਤ ਇਸ ਦੇਸ਼ ਦੇ ਅੰਦਰ ਕਈ ਸੂਬਿਆਂ ਦੀ ਮੁੱਖ ਮੰਤਰੀ ਬਣੀ ਹੈ, ਜੇ ਅੱਜ ਔਰਤ ਇੱਕ IAS ਅਫਸਰ ਬਣੀ ਹੈ, IPS ਅਫਸਰ ਬਣੀ ਹੈ, ਜੱਜ ਬਣੀ ਹੈ, ਵਕੀਲ ਬਣੀ ਹੈ, ਡਾਕਟਰ ਬਣੀ ਹੈ, ਇੰਜੀਨੀਅਰ ਬਣੀ ਹੈ, ਤਾਂ ਉਹ ਕਿਸੇ ਦੇਵੀ ਦੇਵਤੇ ਜਾਂ ਰਾਜੇ ਰਾਣੇ ਦੀ ਬਦੌਲਤ ਨਹੀਂ ਹੈ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਬਦੌਲਤ ਹੈ। ਇਸ ਕਰਕੇ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਤੁਹਾਨੂੰ ਸੋਚਣਾ ਚਾਹੀਦਾ ਇਸ ਗੱਲ ਦੇ ਉੱਤੇ, ਕਿਉਂਕਿ ਜੇ ਇੱਕ ਔਰਤ ਪੜ੍ਹ ਲਿਖ ਜਾਵੇ, ਇੱਕ ਔਰਤ ਐਜੂਕੇਟ ਹੋ ਜਾਵੇ, ਇੱਕ ਔਰਤ ਗਿਆਨਵਾਨ ਹੋ ਜਾਵੇ ਤਾਂ 3 ਕੁਲਾਂ ਸੁਧਾਰ ਦਿੰਦੀ ਹੈ। ਇੱਕ ਔਰਤ 3 ਕੁਲਾਂ ਸੁਧਾਰਦੀ ਹੈ। ਇੱਕ ਜਿੱਥੇ ਔਰਤ ਜਨਮ ਲੈਂਦੀ ਹੈ ਆਪਣੇ ਮਾਪਿਆਂ ਦੇ ਘਰ ਦੇ ਵਿੱਚ, ਦੂਜਾ ਜਿੱਥੇ ਵਿਆਹੀ ਜਾਂਦੀ ਹੈ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ, ਤੀਸਰਾ ਜਿਸ ਬੱਚਿਆਂ ਨੂੰ ਉਹ ਜਨਮ ਦਿੰਦੀ ਹੈ। 3 ਕੁਲਾਂ ਇੱਕ ਔਰਤ ਸੁਧਾਰ ਸਕਦੀ ਹੈ, ਕਿਉਂਕਿ ਔਰਤ ਜਿਹੜੀ ਹੈ ਸਭ ਤੋਂ ਵੱਧ ਸਮਾਂ ਜਿਹੜਾ ਆਪਣੇ ਬੱਚਿਆਂ ਦੇ ਨਾਲ ਬਤੀਤ ਕਰਦੀ ਹੈ। ਇਸ ਕਰਕੇ ਤੁਹਾਨੂੰ ਇਹ ਗੱਲ ਸਮਝਣੀ ਜ਼ਰੂਰੀ ਹੈ, ਕਿਉਂਕਿ ਔਰਤ ਜਿਹੜੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕੀ ਸੀ। ਜੇ ਆਪਾਂ ਇਹ ਗੱਲ ਕਹੀਏ, ਔਰਤਾਂ ਨੂੰ ਇਸ ਗੱਲ ਦਾ ਤਾਂ ਪਤਾ ਹੋਣਾ, ਇਸ ਗੱਲ ਦਾ ਪਤਾ ਹੋਣਾ ਕਿ ਰਾਮਚੰਦਰ ਕੌਣ ਸੀ, ਉਹਦੀ ਘਰਵਾਲੀ ਦਾ ਕੀ ਨਾਂ ਸੀ, ਉਹਦੇ ਬੱਚੇ ਕਿੰਨੇ ਹੋਏ ਆ। ਔਰਤਾਂ ਨੂੰ ਇਸ ਗੱਲ ਦਾ ਪਤਾ ਹੋਣਾ ਵੀ ਕ੍ਰਿਸ਼ਨ ਕੌਣ ਸੀ ਤਾਂ ਉਹਦੇ ਬੱਚੇ ਕਿਹੜੇ ਸੀ, ਜਾਂ ਉਹਦੀ ਘਰਵਾਲੀ ਕੌਣ ਸੀ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਸ਼ਿਵ ਜੀ ਕੌਣ ਸੀ, ਉਹਦੀ ਘਰਵਾਲੀ ਦਾ ਨਾਮ ਕੀ ਸੀ। ਲੇਕਿਨ ਤੁਹਾਨੂੰ ਇਹ ਨਹੀਂ ਪਤਾ ਹੋਣਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਘਰਵਾਲੀ ਦਾ ਕੀ ਨਾਮ ਸੀ। ਇਹ ਪਤਾ ਹੋਏਗਾ ਕਿਸੇ ਔਰਤਾਂ ਨੂੰ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਘਰਵਾਲੀ ਦਾ ਕੀ ਨਾਮ ਸੀ? ਇਹ ਸਾਨੂੰ ਯਾਦ ਹੋਣਾ ਚਾਹੀਦਾ ਹੈ, ਕਿਉਂਕਿ ਔਰਤਾਂ ਨੇ ਹੀ ਆਪਣੇ ਬੱਚਿਆਂ ਨੂੰ ਦੱਸਣਾ ਹੈ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਘਰਵਾਲੀ ਦਾ ਕੀ ਨਾਮ ਸੀ। ਜਿਸ ਘਰਵਾਲੀ ਦੀ ਬਦੌਲਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਵਿਦੇਸ਼ ਦੀ ਧਰਤੀ ਦੇ ਉੱਤੇ ਪੜ੍ਹਨ ਗਏ, ਜਿਸ ਘਰਵਾਲੀ ਦੀ ਮਿਹਨਤ ਦੀ ਬਦੌਲਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇੰਨੀਆਂ ਡਿਗਰੀਆਂ ਹਾਸਲ ਕੀਤੀਆਂ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਉਹ ਪਤਨੀ ਮਾਤਾ ਰਾਮਾਬਾਈ ਅੰਬੇਡਕਰ, ਜਿਨੇ ਗੋਹੇ ਦੀਆਂ ਪਾਥੀਆਂ ਪੱਥ ਕੇ ਉਹਨਾਂ ਨੂੰ ਵੇਚ ਕੇ ਉਹ ਪੈਸਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਭੇਜਿਆ ਕਿ ਬਾਬਾ ਸਾਹਿਬ ਤੁਸੀਂ ਪੜ੍ਹੋ, ਤੁਸੀਂ ਪੜ੍ਹੋ, ਔਰ ਤੁਸੀਂ ਪੜ੍ਹ ਕੇ ਜਦੋਂ ਆਓਗੇ ਸਮਾਜ ਦੀ ਤਕਦੀਰ ਬਦਲ ਦਿਓਗੇ। ਇਹ ਗੱਲ ਇਤਿਹਾਸ ਦੇ ਵਿੱਚ ਆਉਂਦੀ ਹੈ ਕਿ ਬਾਬਾ ਸਾਹਿਬ ਜਦੋਂ ਇੰਗਲੈਂਡ ਦੀ ਧਰਤੀ ਦੇ ਉੱਤੋਂ ਜਦੋਂ ਵੱਡੀਆਂ ਡਿਗਰੀਆਂ ਲੈ ਕੇ ਭਾਰਤ ਦੀ ਧਰਤੀ ਤੇ ਆਏ, ਜਦੋਂ ਉਹ ਆਏ ਤਾਂ ਰਾਮਾਬਾਈ ਅੰਬੇਡਕਰ ਰਾਸਤੇ ਦੇ ਵਿੱਚ ਤੁਰੀ ਜਾਂਦੀ ਸੀ, ਸਿਰ ਦੇ ਉੱਤੇ ਪਾਥੀਆਂ ਦਾ ਟੋਕਰਾ ਰੱਖਿਆ ਹੋਇਆ ਸੀ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਰਾਮਾਬਾਈ ਅੰਬੇਡਕਰ ਨੂੰ ਕਹਿੰਦੇ ਕਿ ਰਾਮਾ ਆ ਤੂੰ ਅੱਜ ਵੀ ਪਾਥੀਆਂ ਢੋਈ ਜਾਂਦੀ ਹੈ। ਤਾਂ ਰਾਮਾਬਾਈ ਅੰਬੇਡਕਰ ਨੇ ਬਾਬਾ ਸਾਹਿਬ ਨੂੰ ਕਿਹਾ ਕਿ ਬਾਬਾ ਸਾਹਿਬ ਜੇ ਮੈਂ ਪਾਥੀਆਂ ਨਾ ਪੱਥਦੀ, ਜੇ ਪਾਥੀਆਂ ਦਾ ਟੋਕਰਾ ਮੇਰੇ ਸਿਰ ਤੇ ਨਾ ਹੁੰਦਾ ਤਾਂ ਤੁਹਾਡੇ ਤਨ ਦੇ ਉੱਤੇ ਕੋਟ ਪੈਂਟ ਸੂਟ ਟਾਈ ਨਾ ਹੁੰਦੀ, ਤੁਹਾਡੇ ਹੱਥ ਵਿੱਚ ਡਿਗਰੀਆਂ ਦਾ ਢੇਰ ਨਾ ਹੁੰਦਾ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਧਰਮ ਪਤਨੀ ਰਾਮਾਬਾਈ ਅੰਬੇਡਕਰ ਦੇ ਉਹ ਬੋਲ ਨੇ।
ਉਹ ਬੋਲ ਨੇ। ਇਸ ਕਰਕੇ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਨੇ ਆਪਣੇ 4 ਪੁੱਤਰ ਜਿਹੜੇ ਆ ਇਸ ਸਮਾਜ ਦੇ ਉੱਪਰੋਂ ਵਾਰ ਕੇ ਰੱਖ ਦਿੱਤੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਆਪਾਂ ਵਿਸ਼ਵ ਰਤਨ ਕਹਿੰਦੇ ਆ, ਲੇਕਿਨ ਵਿਸ਼ਵ ਰਤਨ ਜਿਹੜਾ ਆ ਉਹ ਐਵੇਂ ਨਹੀਂ ਬਣੇ। ਦੁਨੀਆ ਭਰ ਦੇ ਵਿੱਚ ਉਹਨਾਂ ਦਾ ਲੋਹਾ ਮੰਨਿਆ ਜਾਂਦਾ, ਉਹ ਐਵੇਂ ਨਹੀਂ ਮੰਨਿਆ। ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਆ ਇਤਿਹਾਸਕਾਰ ਉਹਨਾਂ ਨੂੰ ਸੂਰਜ ਦਾ ਦਰਜਾ ਦਿੰਦੇ ਆ ਕਿ ਉਹ ਸੂਰਜ ਚਮਕਦਾ ਹੋਇਆ ਜਿਹਦਾ ਮੁਕਾਬਲਾ ਕੋਈ ਨਹੀਂ। ਸੂਰਜ ਕੀ ਹੁੰਦਾ ਹੈ? ਜਦੋਂ ਸੂਰਜ ਨਿਕਲਦਾ ਫਿਰ ਤਾਰੇ ਤੂਰੇ ਆਪਣੇ ਆਪ ਲੁਕ ਜਾਂਦੇ ਆ। ਇਹ ਆਪਾਂ ਜਾਣਦੇ ਆ, ਇਹ ਕੁਦਰਤੀ ਗੱਲ ਹੈ ਕਿ ਜਦੋਂ ਸੂਰਜ ਨਿਕਲਦਾ ਫਿਰ ਤਾਰੇ ਲੁਕ ਜਾਂਦੇ ਆ। ਤੇ ਬਾਬਾ ਸਾਹਿਬ ਨੂੰ ਦੁਨੀਆ ਦੇ ਇਤਿਹਾਸਕਾਰ ਜਿਹੜੇ ਆ ਉਹ ਸੂਰਜ ਦਾ ਦਰਜਾ ਦਿੰਦੇ ਆ। ਲੇਕਿਨ ਸੂਰਜ ਵਾਂਗੂ ਜੇ ਬਾਬਾ ਸਾਹਿਬ ਚਮਕੇ ਆ ਤਾਂ ਉਹਦੇ ਪਿੱਛੇ ਉਹਨਾਂ ਦੇ 4 ਪੁੱਤਰਾਂ ਦੀ ਕੁਰਬਾਨੀ ਵੀ ਹੈ। 4 ਪੁੱਤਰਾਂ ਦੀ ਕੁਰਬਾਨੀ ਵੀ ਹੈ। ਔਰ ਬਾਬਾ ਸਾਹਿਬ ਆਪਣੀ ਉਹ ਦਰਦ ਭਰੀ ਕਹਾਣੀ ਜਿਹੜੀ ਹੈ ਜਦੋਂ ਲਿਖਦੇ ਆ, ਜਦੋਂ ਦੱਸਦੇ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੱਸਦੇ ਆ ਕਿ ਜਦੋਂ ਮੇਰਾ ਦੂਸਰਾ ਪੁੱਤਰ ਜਿਹੜਾ ਜਦੋਂ ਬਿਮਾਰੀ ਦੇ ਨਾਲ ਤੜਫ ਰਿਹਾ ਸੀ, ਜਦੋਂ ਮੇਰਾ ਦੂਸਰਾ ਪੁੱਤਰ ਬਿਮਾਰੀ ਦੇ ਨਾਲ ਤੜਫ ਰਿਹਾ ਸੀ ਤੇ ਮੇਰੇ ਕੋਲ ਉਹਦੇ ਇਲਾਜ ਵਾਸਤੇ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਸੀ। ਜਦੋਂ ਕੋਲ ਕੋਈ ਪੈਸਾ ਨਹੀਂ ਸੀ, ਕਹਿੰਦੇ ਮੈਂ ਨੌਕਰੀ ਵਾਸਤੇ ਅਪਲਾਈ ਕੀਤਾ ਹੋਇਆ ਸੀ। ਮੈਂ ਨੌਕਰੀ ਵਾਸਤੇ ਅਪਲਾਈ ਕੀਤਾ ਹੋਇਆ ਸੀ। ਕਹਿੰਦੇ ਮੈਂ ਆਪਣੇ ਪੁੱਤਰ ਦੇ ਕੋਲ ਬੈਠਾ, ਇੰਨੇ ਨੂੰ ਮੈਨੂੰ ਇੱਕ ਲੈਟਰ ਆਈ। ਜਦ ਮੈਂ ਉਹਨੂੰ ਖੋਲ ਕੇ ਪੜ੍ਹਿਆ ਤਾਂ ਉਹ ਅਪਾਇੰਟਮੈਂਟ ਲੈਟਰ ਸੀ, ਨੌਕਰੀ ਨੂੰ ਅਪਾਇੰਟਮੈਂਟ ਲੈਟਰ ਸੀ ਨੌਕਰੀ ਦਾ। ਜਦੋਂ ਕਹਿੰਦੇ ਮੈਂ ਪੜ੍ਹਿਆ ਤਾਂ ਮੈਂ ਖੁਸ਼ ਹੋ ਗਿਆ, ਮੇਰੇ ਮਨ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ, ਚਿਹਰੇ ਤੇ ਮੁਸਕਰਾਹਟ ਆ ਗਈ। ਔਰ ਮੈਂ ਕੀ ਸੋਚਿਆ ਕਿ ਹੁਣ ਮੈਂ ਜੌਬ ਕਰਾਂਗਾ, ਮੇਰੇ ਕੋਲ ਪੈਸੇ ਆਣਗੇ ਤਾਂ ਮੈਂ ਆਪਣੇ ਬੱਚੇ ਦਾ ਇਲਾਜ ਕਰਾ ਲਵਾਂਗਾ। ਲੇਕਿਨ ਅਗਲੇ ਹੀ ਪਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਨ ਦੇ ਵਿੱਚ ਕੀ ਆਇਆ? ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਜੇ ਮੈਂ ਨੌਕਰੀ ਕਰਨ ਲੱਗ ਪਿਆ ਤਾਂ ਮੈਂ ਕਿਸੇ ਦੇ ਅਧੀਨ ਹੋ ਜਾਵਾਂਗਾ। ਜੇ ਮੈਂ ਕਿਸੇ ਦੇ ਅਧੀਨ ਹੋ ਗਿਆ ਤਾਂ ਮੈਂ ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਵਾਸਤੇ ਜਿਹੜਾ ਸੁਪਨਾ ਦੇਖਿਆ ਉਹ ਮੈਂ ਪੂਰਾ ਨਹੀਂ ਕਰ ਪਾਵਾਂਗਾ। ਮੈਂ ਆਪਣੇ ਇੱਕ ਪੁੱਤਰ ਨੂੰ ਤਾਂ ਬਚਾ ਲਵਾਂਗਾ, ਲੇਕਿਨ ਮੇਰੇ ਸਮਾਜ ਦੇ ਕਰੋੜਾਂ ਪੁੱਤਰ ਜਿਹੜੇ ਆ ਉਹ ਮਰ ਜਾਣਗੇ। ਅਗਲੇ ਹੀ ਪਲ ਉਹ ਅਪਾਇੰਟਮੈਂਟ ਲੈਟਰ ਜਿਹੜਾ ਪਾੜ ਕੇ ਪਰਾਂ ਸੁੱਟ ਦਿੱਤਾ ਤੇ ਉਹਨਾਂ ਦੇ ਪੁੱਤਰ ਦੀ ਜਿਹੜੀ ਹੈ ਬਿਮਾਰੀ ਦੇ ਕਾਰਨ ਇਲਾਜ ਨਾ ਹੋਣ ਦੇ ਦੁੱਖੋਂ ਇਸ ਦੁਨੀਆ ਤੋਂ ਮੌਤ ਹੋ ਗਈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਲਿਖਦੇ ਆ ਕਿ ਜਦੋਂ ਮੇਰੇ ਤੀਸਰੇ ਪੁੱਤਰ ਦੀ ਮੌਤ ਹੋਈ, ਤੀਸਰੇ ਪੁੱਤਰ ਦੀ ਜਦੋਂ ਮੌਤ ਹੋਈ ਤਾਂ ਉਹ ਤੀਸਰੇ ਪੁੱਤਰ ਦੀ ਜਦੋਂ ਮੌਤ ਹੋਈ ਤਾਂ ਬਾਬਾ ਸਾਹਿਬ ਉਸ ਵਕਤ ਜਦੋਂ ਘਰ ਦੇ ਵਿੱਚ ਆਏ, ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਤਾਂ ਘਰ ਦੇ ਵਿੱਚ ਪਹੁੰਚੇ ਤਾਂ ਜਦੋਂ ਉਸ ਤੀਸਰੇ ਪੁੱਤਰ ਨੂੰ ਦਫਨਾਉਣ ਵਾਸਤੇ ਕਬਰਸਤਾਨ ਵੱਲ ਜਾ ਰਹੇ ਆ ਤਾਂ ਉਸ ਪੁੱਤਰ ਦਾ ਮੂੰਹ ਨੰਗਾ ਆ। ਪੁੱਤਰ ਦੇ ਮੂੰਹ ਦੇ ਉੱਤੇ ਕੋਈ ਕੱਪੜਾ ਨਹੀਂ ਹੈ। ਤਾਂ ਲੋਕ ਜਿਹੜੇ ਆ ਉਹ ਤਾਨੇ ਮਾਰ ਰਹੇ ਆ। ਉਹ ਕੀ ਕਹਿ ਰਹੇ ਆ ਕਿ ਆ ਦਲਤਾਂ ਦਾ ਲੀਡਰ ਜਿਹੜਾ ਮਰਦੇ ਸਮੇਂ ਆਪਣੇ ਪੁੱਤਰ ਦੇ ਉੱਪਰ ਕਫਨ ਵੀ ਨਹੀਂ ਪਾ ਸਕਿਆ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਰਾਮਾ ਕੁਝ ਪੈਸੇ ਦੇ, ਆਪਾਂ ਕਫਨ ਦਾ ਪ੍ਰਬੰਧ ਕਰ ਲਈਏ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪਤਨੀ ਨੇ ਕਿਹਾ ਕਿ ਬਾਬਾ ਸਾਹਿਬ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਲੇਕਿਨ ਲੋਕਾਂ ਦੇ ਤਾਨਿਆਂ ਤੇ ਮਿਹਣਿਆਂ ਤੋਂ ਬਚਣ ਦੇ ਕਰਕੇ ਉਹਨਾਂ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਉਸ ਬੱਚੇ ਦਾ ਮੂੰਹ ਢਕਿਆ। ਉਸ ਬੱਚੇ ਦਾ ਮੂੰਹ ਢਕਿਆ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਜਿਹੜੇ ਸਾਡੇ ਤਨ ਦੇ ਉੱਤੇ ਕੱਪੜੇ ਆ ਉਹ ਬਾਬਾ ਸਾਹਿਬ ਦੇ ਬੱਚਿਆਂ ਦਾ ਉਹ ਕਫਨ ਹੈ। ਜਿਹੜਾ ਮਾਤਾ ਰਾਮਾਬਾਈ ਅੰਬੇਡਕਰ ਜੀ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਮੂੰਹ ਢਕਿਆ। ਨਹੀਂ ਤਾਂ ਅੱਜ ਸਾਡੇ ਘਰਾਂ ਦੇ ਵਿੱਚ ਜੇ ਸੱਪ ਵੀ ਨਿਕਲ ਆਵੇ ਨਾ, ਜਦੋਂ ਸੱਪ ਵੀ ਨਿਕਲ ਆਉਂਦਾ ਸਾਡੇ ਘਰਾਂ ਦੇ ਵਿੱਚ ਤਾਂ ਬੀਬੀਆਂ ਕਹਿੰਦੀਆਂ ਰੁਕ ਜਾ, ਇਹਨੂੰ ਏਦਾਂ ਨਾ ਦੱਬੀ, ਆ ਲੈ ਫੜ ਥੋੜਾ ਜਿਹਾ ਕੱਪੜਾ ਉੱਪਰ ਪਾ ਦੇ। ਲੇਕਿਨ ਉਹ ਮਹਾਨ ਰਹਿਬਰ ਆਪਣੇ ਬੱਚੇ ਦੇ ਉੱਤੇ ਵੀ ਕੱਪੜਾ ਪਾਉਣ ਲਈ ਉਹਦੇ ਕੋਲ ਹੈ ਨਹੀਂ ਸੀ। ਤਾਂ ਉਸ ਬਲਿਦਾਨ ਦੇ ਕਰਕੇ, ਉਸ ਤਿਆਗ ਦੇ ਕਰਕੇ ਅੱਜ ਸਾਡੇ ਤਨ ਦੇ ਉੱਤੇ ਕੱਪੜੇ ਆ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਚੌਥੇ ਪੁੱਤਰ ਦੀ ਮੌਤ ਹੋਈ, ਬਾਬਾ ਸਾਹਿਬ ਵਿਦੇਸ਼ ਦੀ ਧਰਤੀ ਦੇ ਉੱਤੇ ਸੀ। ਮਾਤਾ ਰਾਮਾਬਾਈ ਅੰਬੇਡਕਰ ਜੀ ਨੇ ਬਾਬਾ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਬਾਬਾ ਸਾਹਿਬ ਤੁਹਾਡਾ ਆਖਰੀ ਚਿਰਾਗ ਵੀ ਬੁਝ ਚੱਲਿਆ ਹੈ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਤਾਂ ਬਾਬਾ ਸਾਹਿਬ ਨੇ ਸੁਨੇਹਾ ਭੇਜਿਆ ਕਿ ਰਾਮਾ ਭਾਈ, ਜੇ ਮੈਂ ਇਸ ਪੁੱਤਰ ਨੂੰ ਬਚਾਉਣ ਦੇ ਚੱਕਰ ਵਿੱਚ ਪੈ ਗਿਆ ਤਾਂ ਮੈਂ ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਨਹੀਂ ਪਾਵਾਂਗਾ। ਜੇ ਤੂੰ ਕੁਝ ਕਰ ਸਕਦੀ ਹੈ ਤਾਂ ਕਰ ਲੈ। ਤਾਂ ਉਹਨਾਂ ਦੇ ਚੌਥੇ ਪੁੱਤਰ ਦੀ ਵੀ ਮੌਤ ਹੋ ਗਈ। ਇਹ ਇਤਿਹਾਸ ਹੈ ਬਾਬਾ ਸਾਹਿਬ ਦਾ। ਉਹਨਾਂ ਦੀ ਧਰਮ ਪਤਨੀ, ਉਹਨਾਂ ਦੀ ਵੀ ਬਿਮਾਰੀ ਕਰਕੇ ਇਲਾਜ ਨਾ ਹੋਣ ਦੇ ਦੁੱਖੋਂ ਮੌਤ ਹੋ ਗਈ। ਇਹ ਇਤਿਹਾਸ ਹੈ ਬਾਬਾ ਸਾਹਿਬ ਦਾ। ਜੇ ਅੱਜ ਬਾਬਾ ਸਾਹਿਬ ਇਸ ਦੇਸ਼ ਦੇ ਅੰਦਰ ਆ ਕਰੋੜਾਂ ਲੋਕਾਂ ਨੂੰ ਇਦਾਂ ਦੀ ਜ਼ਿੰਦਗੀ ਦੇ ਕੇ ਗਏ ਆ ਤਾਂ ਉਹਨਾਂ ਦਾ ਸੁਪਨਾ ਸੀ
ਕਿ ਆ ਜਿਹੜੇ ਕਰੋੜਾਂ ਲੋਕ ਆ ਜਿਨ੍ਹਾਂ ਨੂੰ ਸਦੀਆਂ ਤੋਂ ਲਤਾੜਿਆ ਗਿਆ, ਦਬਾਇਆ ਗਿਆ, ਪਛਾੜਿਆ ਗਿਆ, ਜਿਨ੍ਹਾਂ ਲੋਕਾਂ ਨੂੰ ਦੁਰਕਾਰਿਆ ਗਿਆ, ਕਿਉਂਕਿ ਇਸ ਦੇਸ਼ ਦੇ ਅੰਦਰ ਹਾਲਾਤ ਕੀ ਸੀ, ਇਸ ਦੇਸ਼ ਦੇ ਅੰਦਰ ਹਾਲਾਤ ਕੀ ਸੀਗੇ? ਹਾਲਾਤ ਇਦਾਂ ਦੇ ਸੀ ਕਿ ਇਸ ਦੇਸ਼ ਦੇ ਅੰਦਰ ਸਾਡੇ ਸਮਾਜ ਦੇ ਲੋਕਾਂ ਨੂੰ ਉਸ ਤਲਾਬ ਦੇ ਵਿੱਚੋਂ ਬੁੱਕ ਭਰ ਕੇ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ, ਜਿਸ ਤਲਾਬ ਦੇ ਵਿੱਚ ਕੁੱਤਾ ਪਿਸ਼ਾਬ ਤਾਂ ਕਰ ਸਕਦਾ ਸੀ। ਲੇਕਿਨ ਸਾਡੇ ਸਮਾਜ ਦਾ ਇਨਸਾਨ ਜਿਹੜਾ ਆ ਉਸ ਤਲਾਬ ਦੇ ਵਿੱਚੋਂ ਬੁੱਕ ਭਰ ਕੇ ਪਾਣੀ ਨਹੀਂ ਸੀ ਪੀ ਸਕਦਾ। ਬਾਬਾ ਸਾਹਿਬ ਨੇ ਚਵਾਰ ਤਲਾਬ ਦਾ ਮੋਰਚਾ ਲਾਇਆ। ਜਦੋਂ ਮੋਰਚਾ ਲਾਇਆ ਤਾਂ ਜ਼ਾਲਮ ਲੋਕਾਂ ਨੇ ਬਾਬਾ ਸਾਹਿਬ ਦੇ ਡਾਂਗਾ ਮਾਰੀਆਂ, ਰੋੜੇ ਮਾਰੇ, ਲੇਕਿਨ ਬਾਬਾ ਸਾਹਿਬ ਨੇ ਤੁਹਾਡੀ ਅਣਖ ਨੂੰ ਜਗਾਉਣ ਵਾਸਤੇ ਉਹ ਡਾਂਗਾ ਰੋੜੇ ਵੀ ਖਾਦੇ ਔਰ ਇਹ ਗੱਲ ਕਹੀ, ਦੁਸ਼ਮਣ ਨੂੰ ਸਮਝਾਈ ਕਿ ਮੈਂ ਇਸ ਤਲਾਬ ਦੇ ਵਿੱਚੋਂ ਪਾਣੀ ਇਸ ਕਰਕੇ ਨਹੀਂ ਪੀਣਾ ਚਾਹੁੰਦਾ ਕਿ ਇਸ ਪਾਣੀ ਦੇ ਪੀਤੇ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ, ਮਰ ਜਾਵਾਂਗੇ। ਮੈਂ ਤੁਹਾਨੂੰ ਇਸ ਪਾਣੀ ਇਸ ਕਰਕੇ ਪਿਲਾ ਰਿਹਾ ਕਿ ਅਗਰ ਤੁਸੀਂ ਇਨਸਾਨ ਹੋ, ਇਸ ਤਲਾਬ ਦੇ ਵਿੱਚੋਂ ਪਾਣੀ ਪੀ ਸਕਦੇ ਹੋ ਤਾਂ ਅਸੀਂ ਵੀ ਇੱਕ ਇਨਸਾਨ ਆ, ਅਸੀਂ ਵੀ ਪਾਣੀ ਪੀ ਸਕਦੇ ਹਾਂ। ਸਾਡੇ ਸਮਾਜ ਨੂੰ ਮੰਦਿਰ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਨਾਸਿਕ ਦੇ ਕਾਲਾ ਰਾਮ ਮੰਦਿਰ ਦਾ ਮੋਰਚਾ ਲਗਾਇਆ। ਕਾਲਾ ਰਾਮ ਮੰਦਿਰ ਦਾ ਜਦੋਂ ਮੋਰਚਾ ਲਗਾਇਆ, ਮੰਦਿਰ 'ਚ ਪ੍ਰਵੇਸ਼ ਕਰਨ ਲੱਗੇ, ਜ਼ਾਲਮ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਰੋੜੇ ਮਾਰੇ, ਡਾਂਗਾ ਮਾਰੀਆਂ, ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜ਼ੁਲਮ ਕਰਨ ਵਾਲਿਆਂ ਨੂੰ ਇਹ ਗੱਲ ਦੱਸੀ, ਇਹ ਗੱਲ ਸਮਝਾਈ ਕਿ ਅਗਰ ਤੁਸੀਂ ਇਨਸਾਨ ਹੋ, ਤੁਸੀਂ ਵੀ ਇਸ ਮੰਦਿਰ ਦੇ ਵਿੱਚ ਜਾ ਸਕਦੇ ਹੋ ਤਾਂ ਅਸੀਂ ਵੀ ਇੱਕ ਇਨਸਾਨ ਆ। ਉਹਨਾਂ ਨੇ ਕਿਹਾ ਕਿ ਮੈਂ ਮੰਦਿਰ ਦੇ ਵਿੱਚ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਭਗਵਾਨ ਬੈਠਾ ਉਹਦੇ ਦਰਸ਼ਨ ਕੀਤੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਅਸੀਂ ਇਸ ਮੰਦਿਰ ਦੇ ਵਿੱਚ ਸਿਰਫ ਪ੍ਰਵੇਸ਼ ਇਸ ਕਰਕੇ ਕਰਨਾ ਚਾਹੁੰਦੇ ਹਾਂ ਕਿ ਸਾਡੀ ਬਰਾਬਰਤਾ ਦੀ ਗੱਲ ਹੈ, ਸਾਡੀ ਬਰਾਬਰਤਾ ਦੀ ਲੜਾਈ ਹੈ। ਇਹ ਬਾਬਾ ਸਾਹਿਬ ਦਾ ਇਤਿਹਾਸ ਹੈ, ਇਹ ਸਾਨੂੰ ਜਾਣਨਾ ਚਾਹੀਦਾ ਹੈ, ਇਹ ਸਾਨੂੰ ਸਮਝਣਾ। ਅੰਬੇਡਕਰ ਜੀ ਨੇ ਜੇ ਅੱਜ ਇਸ ਦੇਸ਼ ਦੇ ਅੰਦਰ ਉਸ ਗੁਲਾਮੀ ਦੇ ਸਿਸਟਮ ਨੂੰ ਤੋੜਿਆ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੀ ਸੀ ਜਿਨ੍ਹਾਂ ਨੇ ਉਸ ਗੁਲਾਮੀ ਦੇ ਸਿਸਟਮ ਨੂੰ ਤੋੜ ਕੇ ਇਸ ਦੇਸ਼ ਦੇ ਅੰਦਰ ਤੁਹਾਨੂੰ ਮਾਨਵਤਾਵਾਦੀ ਸਿਸਟਮ ਲੈ ਕੇ ਦਿੱਤਾ, ਤੁਹਾਨੂੰ ਮਨੁੱਖਾਂ ਵਾਲੀ ਜ਼ਿੰਦਗੀ ਲੈ ਕੇ ਦਿੱਤੀ ਹੈ, ਤੁਹਾਨੂੰ ਮਨੁੱਖਾਂ ਵਾਲੇ ਅਧਿਕਾਰ ਲੈ ਕੇ ਦਿੱਤੇ ਆ, ਤੁਹਾਨੂੰ ਇਨਸਾਨਾਂ ਵਾਲੇ ਅਧਿਕਾਰ ਲੈ ਕੇ ਦਿੱਤੇ ਆ। ਤਾਂ ਮੈਂ ਅੱਜ ਦੇ ਮੌਕੇ ਦੇ ਉੱਤੇ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਉਹ ਸੁਪਨਾ ਆ ਉਹਨੂੰ ਪੂਰਾ ਕਰਨ ਦੇ ਲਈ ਤੁਸੀਂ ਸਮਾਂ ਲਗਾਇਓ। ਅੱਜ ਜਿੰਨੇ ਇੱਥੇ ਬੈਠੇ ਆ ਵਿੱਚੋਂ ਬਹੁਤੇ ਜਿਹੜੇ ਆ ਬਾਹਰਲੇ ਪਿੰਡ ਤੋਂ ਆਏ ਹੋ, ਕਈ ਅਸੀਂ ਵੀ ਜਿੱਦਾਂ 5-7 ਬਾਹਰੋਂ ਆਏ ਆ, ਜਿੰਨੇ ਇਸ ਪਿੰਡ ਦੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਜਾ ਕੇ ਸ਼ਾਮ ਨੂੰ ਸੰਪਰਕ ਕਰਨਾ, ਸਵੇਰ ਨੂੰ ਸੰਪਰਕ ਕਰਨਾ, ਉਹਨਾਂ ਨਾਲ ਬੈਠ ਕੇ ਗੱਲ ਕਰਨੀ ਹੈ, ਉਹਨਾਂ ਨੂੰ ਇਹ ਗੱਲ ਸਮਝਾਉਣੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਸੁਰੱਖਿਅਤ ਰਹੇ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਆਉਣ ਵਾਲਾ ਸਮਾਂ ਜਿਹੜਾ ਉਹ ਗੁਲਾਮੀ ਭਰਿਆ ਨਾ ਹੋਵੇ ਇਹਨਾਂ ਦੇ ਵਾਸਤੇ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਤਾਂ ਫਿਰ ਉੱਠ ਕੇ ਖੜੇ ਹੋ ਜਾਓ, ਕਿਉਂਕਿ ਜੇ ਕੁਝ ਵੀ ਕਰ ਰਹੇ ਹਾਂ ਆਪਾਂ ਆਪਣੇ ਬੱਚਿਆਂ ਦੇ ਵਾਸਤੇ ਕਰ ਰਹੇ ਹਾਂ। ਇਹਨਾਂ ਬੱਚਿਆਂ ਦੇ ਅਗਰ ਇੱਕ ਪੈਰ ਦੇ ਵਿੱਚ ਕੰਡਾ ਵੀ ਲੱਗ ਜਵੇ ਸਾਡੇ ਦਿਲ ਦੇ ਉੱਤੇ ਦਰਦ ਹੁੰਦੀ ਹੈ। ਤਾਂ ਇਹ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਰਸਤਿਆਂ ਦੇ ਵਿੱਚ ਇਹਨਾਂ ਨੇ ਤੁਰਨਾ, ਉਸ ਰਸਤਿਆਂ ਦੇ ਵਿੱਚ ਦੁਸ਼ਮਣ ਨੇ ਕਿੱਡੇ ਵੱਡੇ ਵੱਡੇ ਟੋਏ ਪੱਟ ਦਿੱਤੇ ਆ, ਇਸ ਗੱਲ ਦਾ ਸ਼ਾਇਦ ਸਾਨੂੰ ਅੰਦਾਜ਼ਾ ਨਹੀਂ ਹੈ। तो मैं तुहानू बेनती करदा कि उन्हां सारे साथियों नाल जाके संपर्क करना, उन्होंने कहना कि असीं ये नहीं कहंदे कि तुसीं बाबा साहब के मिशन नूं पूरा करन दे लई घर दीयां जिम्मेवारियां छड्ड दिओ ते घरों बाहर निकल जाओ, ये नहीं कहंदे अपणियां जिम्मेवारियां चकणियां है आपां, क्योंकि आपां उस समाज दे विचों आ जिन्हां ने जो कमाउणा ओही खाना, आपां उस समाज दे विचों आ। लेकिन जे 8 घंटे तुसीं काम करदे हो तां 2 घंटे समाज दे लई भी लगाओ, 2 घंटे समाज के लिए भी लगाओ। ये मत सोचो कि साढ़े 2 घंटे लगाने ना की होना, क्योंकि साढ़े दिमाग के हमेशा ये चलती रही गल भी कोई गल नहीं, ये चले आई आ मैं की करना उत्थे जाके, ये चले आई आ मैं की करना, ये नहीं जा ही होना, ये मत सोचियो। मैं तुहानू एक एग्जाम्पल दे के तुहाडे तो रजा ले लैनी है, इक्को ही उदाहरण दे के कि एक जंगल दे विच एक बार अग लग गई, अग लग गई जंगल दे विच, और जदों जंगल च अग लग गई उहदे नाल दा जिहड़ा पिंड सी, जिहड़ा उस जंगल दे विचों लकड़ियां इकट्ठियां करदा सी जां कोई होर जरूरत दा समान इकट्ठा करदा सी, उन्हां नूं पता लगा लोकां नूं वी जंगल च अग लग गई, वो अपने हत्थां दे विच किसे नूं डोलू, किसे नूं पीपा, किसे नूं बाल्टी, किसे नूं जग, जो लभा वो लैके तुर पए जंगल दी अग बुझाउण। जंगल दे लागे दी एक नदी लंघदी सी, वो नदी दे विचों पानी भर के अग बुझाउण लई तुर पए तां उस जंगल दे विच एक चिड़ी दा आलणा सी। वो चिड़ी जिहड़ी है उन्हें देखा जंगल च अग लग गई, वो भी नदी दे विच गई, अपनी पानी की चुंझ भरी तां जंगल की अग बुझाउण वास्ते तुरन लगी तां उहनूं कां देखदा सी। कां ने कहा कि चिड़िए रुक जा, तेरी इस पानी की चुंझ दे नाल जंगल की अग नहीं बुझणी। चिड़ी ने जवाब नहीं दिता, चिड़ी गई
ਪਾਣੀ ਦੀ ਚੁੰਝ ਅੱਗ ਦੇ ਉੱਤੇ ਸੁੱਟ ਕੇ ਵਾਪਸ ਆ ਗਈ। ਫੇਰ ਚੁੰਝ ਭਰਨ ਲੱਗੀ। ਕਾਂ ਨੇ ਫੇਰ ਕਿਹਾ ਕਿ ਚਿੜੀਏ ਰੁਕ ਜਾ, ਤੇਰੀ ਇਸ ਪਾਣੀ ਦੀ ਚੁੰਝ ਦੇ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ। ਚਿੜੀ ਨੇ ਜਵਾਬ ਨਹੀਂ ਦਿੱਤਾ। ਪਾਣੀ ਦੀ ਚੁੰਝ ਅੱਗ ਦੇ ਉੱਤੇ ਸੁੱਟ ਕੇ ਫੇਰ ਵਾਪਸ ਆ ਗਈ। ਫੇਰ ਜਦੋਂ ਚੁੰਝ ਭਰਨ ਲੱਗੀ ਤਾਂ ਕਾਂ ਨੇ ਫੇਰ ਰੋਕਿਆ ਕਿ ਚਿੜੀਏ ਤੇਰੇ ਪੰਖ ਚੱਲ ਜਾਣਗੇ, ਤੇਰੀ ਇਸ ਪਾਣੀ ਦੀ ਚੁੰਝ ਦੇ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ। ਤਾਂ ਚਿੜੀ ਨੇ ਜਵਾਬ ਦਿੱਤਾ, ਕਹਿੰਦੀ ਕਾਵਾਂ ਮੈਨੂੰ ਪਤਾ ਕਿ ਮੇਰੀ ਇਸ ਪਾਣੀ ਦੀ ਚੁੰਝ ਦੇ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ, ਲੇਕਿਨ ਮੈਨੂੰ ਇਸ ਗੱਲ ਦਾ ਵੀ ਪਤਾ ਕਿ ਜਦੋਂ ਇਸ ਜੰਗਲ ਦੀ ਅੱਗ ਬੁਝਾਉਣ ਦਾ ਇਤਿਹਾਸ ਲਿਖਿਆ ਜਾਏਗਾ ਉਹਦੇ ਵਿੱਚ ਮੇਰਾ ਜ਼ਿਕਰ ਜ਼ਰੂਰ ਹੋਏਗਾ। ਇਸ ਕਰਕੇ ਸਤਿਕਾਰਯੋਗ ਸਾਥੀਓ, ਇਹ ਮਤ ਸੋਚੋ ਕਿ ਤੁਹਾਡਾ ਥੋੜਾ ਸਮਾਂ ਲਗਾਉਣ ਦੇ ਨਾਲ ਕੁਝ ਨਹੀਂ ਬਣਨਾ। ਜਿਸ ਦਿਨ ਬਾਬਾ ਸਾਹਿਬ ਦਾ ਸੁਪਨਾ ਪੂਰਾ ਹੋ ਗਿਆ, ਜਿਸ ਦਿਨ ਇਹ ਕਾਰਵਾਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਤਾਂ ਇਤਿਹਾਸ ਦੇ ਵਿੱਚ ਤੁਹਾਡਾ ਜ਼ਿਕਰ ਵੀ ਜ਼ਰੂਰ ਹੋਏਗਾ। ਇਸ ਕਰਕੇ ਤੁਹਾਨੂੰ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ, ਇਸ ਆਸ ਔਰ ਭਰੋਸੇ ਦੇ ਨਾਲ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣਾ ਸਮਾਂ ਲਗਾਓਗੇ ਔਰ ਤੁਹਾਨੂੰ ਇੱਕ ਵਾਰ ਫੇਰ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 127ਵੇਂ ਪਾਵਨ ਪਵਿੱਤਰ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਆਪ ਸਭ ਤੋਂ ਰਜ਼ਾ ਲੈਣਾ ਹੈ। ਜੈ ਭੀਮ, ਜੈ ਸਨ ਉਹਨਾਂ ਦੀ ਜਿਹੜੀ ਮੈਂ ਕਿਤਾਬ ਦੀ ਗੱਲ ਕਰ ਰਿਹਾ, ਐਨੀਮੇਸ਼ਨ ਜਾਤ ਪਾਤ ਦਾ ਬੀਜ ਨਾਸ਼ ਕਿਵੇਂ ਹੋ ਸਕਦਾ, ਬਹੁਤ ਕਮਾਲ ਦੀ ਕਿਤਾਬ ਹੈ। ਜੇ ਤੁਸੀਂ ਪੜ੍ਹਿਆ ਹੋਵੇ, ਸਾਹਿਬ ਕਾਂਸ਼ੀ ਰਾਮ ਨੇ ਉਹ ਕਹਿੰਦੇ ਕਿ ਮੈਂ ਇਹ ਇੱਕ ਰਾਤ ਦੇ ਵਿੱਚ 3 ਵਾਰੀ ਕਿਤਾਬ ਪੜ੍ਹੀ, 3 ਵਾਰੀ ਕਿਤਾਬ ਪੜ੍ਹੀ ਇੱਕ ਰਾਤ। ਕਹਿੰਦੇ ਮੈਨੂੰ ਕੁਛ ਨਹੀਂ ਸੀ ਪਤਾ ਅੰਬੇਡਕਰਿਜ਼ਮ ਬਾਰੇ, ਅੰਬੇਡਕਰ ਮਿਸ਼ਨ ਬਾਰੇ। ਮੇਰੇ ਹੱਥੇ ਕਿਤਾਬ ਆਈ ਤੇ 3 ਵਾਰੀ ਇੱਕੋ ਕਹਿੰਦੇ ਮੈਂ ਸੌ ਨਹੀਂ ਸਕਿਆ ਤੇ ਫਿਰ ਕਈ ਰਾਤਾਂ ਨਹੀਂ ਸੌ ਸਕਿਆ। ਯਾਨੀ ਇਹ ਕਿਵੇਂ ਅਸੀਂ ਦੇਸ਼ ਦੇ ਉੱਪਰ ਕਾਬਜ਼ ਹੋ ਸਕਦੇ ਹਾਂ, ਰਾਜਨੀਤਿਕ ਸੱਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਤੇ ਉਹਨਾਂ ਨੇ ਫਿਰ ਬੰਬ ਸਾਹਿਬ ਬਣਾਈ, DS4 ਬਣਾਈ। DS4 ਦਾ ਮਕਸਦ ਕੀ ਸੀਗਾ? DS4 ਦਲਿਤ ਸ਼ੋਸ਼ਿਤ ਸੰਘਰਸ਼ ਸਮਿਤੀ, ਉਹਦਾ ਮਕਸਦ ਜਿਹੜਾ ਸੀਗਾ ਉਹ ਸੀਗਾ ਕਿ ਆਪਣੇ ਲੋਕਾਂ ਦੇ ਵਿੱਚ ਸੱਭਿਆਚਾਰਕ ਇਨਕਲਾਬ ਪੈਦਾ ਕਰਨਾ, ਸੱਭਿਆਚਾਰਕ ਇਨਕਲਾਬ ਪੈਦਾ ਕਰਨਾ। ਜਿੰਨੀ ਦੇਰ ਤੱਕ ਸਾਡਾ ਆਪਣਾ ਸੱਭਿਆਚਾਰ ਨਹੀਂ ਬਣਦਾ, ਉਨੀ ਦੇਰ ਤੱਕ ਸਾਡੀ ਹਕੂਮਤ ਜਿਹੜੀ ਹੈ, ਵਕਤੀ ਤੌਰ ਤੇ ਆਪਾਂ ਹਕੂਮਤ ਦੇ ਉੱਪਰ ਕਾਬਜ਼ ਹੋ ਸਕਦੇ ਆ, ਪਰ ਜਿੰਨੀ ਦੇਰ ਤੱਕ ਦੇਖੋ ਤੁਸੀਂ ਪੰਜਾਬ ਦੇ ਵਿੱਚ ਸਿੱਖ ਵਾਰ-ਵਾਰ ਅਕਾਲੀ ਦਲ ਆ ਰਿਹਾ ਨਾ ਜਿੱਤ ਕੇ, ਕਿਉਂਕਿ ਉਹਨਾਂ ਦਾ ਆਪਣਾ ਸੱਭਿਆਚਾਰ ਹੈ। ਉਹਨਾਂ ਨੇ ਜਿਹੜੇ ਜਿੰਨਾ ਮਰਜ਼ੀ ਹੋ ਜਾਏ 20% ਲੋਕ ਟੁੱਟਣਗੇ ਉਹਨਾਂ ਦੇ ਨਾਲੋਂ, 80% ਲੋਕ ਜਿਹੜੇ ਹਨ ਸਿੱਖ ਸੱਭਿਆਚਾਰ ਨਾਲ ਜੁੜੇ ਹੋਏ, ਉਹਨਾਂ ਨੇ ਵੋਟ ਅਕਾਲੀ ਦਲ ਨੂੰ ਦੇਣੀ ਹੈ, ਪਾਉਣੀ ਹੈ। ਇਹ ਬਾਬਾ ਸਾਹਿਬ ਨੇ ਬੜਾ ਸਪਸ਼ਟ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਹੁਣ ਆਪਾਂ ਨੂੰ ਕਰਨਾ ਕੀ ਚਾਹੀਦਾ? ਕਰਨਾ ਇਹ ਚਾਹੀਦਾ ਕਿ ਅਸੀਂ ਮਨੂਵਾਦੀ ਸੱਭਿਆਚਾਰ ਅਸੀਂ ਅਪਣਾਇਆ ਹੋਇਆ ਹੈ। ਹੁਣੇ ਮੈਨੂੰ ਇੱਥੇ ਤੁਹਾਡੇ ਸਟੇਟ ਸੈਕਟਰੀ ਨੇ ਦੱਸਿਆ ਸੀ ਕਿ ਜਿਹੜੇ ਆਪਣੇ ਜਰਨੈਲ ਨੰਗਲ ਜੀ ਆਏ, ਉਹਨਾਂ ਨੇ ਹੈਗੇ ਜਠੇਰਿਆਂ ਦੇ ਵੀ ਜਾਣਾ। ਇਹ ਸਾਡਾ ਸੱਭਿਆਚਾਰ ਨਹੀਂ ਹੈਗਾ, ਇਹ ਜਠੇਰੇ ਸਾਡਾ ਸੱਭਿਆਚਾਰ ਨਹੀਂ ਹੈਗਾ। ਇਹ ਮਨੂਵਾਦ ਨੇ ਸਾਡੇ ਉੱਪਰ ਥੋਪੇ ਹਨ। ਇਹ ਹਿੰਦੂ ਕਲਚਰ, ਇਹ ਦੇਵੀ ਦੇਵਤਿਆਂ ਦਾ ਸੱਭਿਆਚਾਰ, ਇਹ ਜਗਰਾਤਿਆਂ ਦਾ ਸੱਭਿਆਚਾਰ, ਇਹ ਪਖੰਡਵਾਦ ਦਾ ਸੱਭਿਆਚਾਰ, ਇਹ ਪੂਜਾ ਬੰਦੀਆਂ ਦਾ ਸੱਭਿਆਚਾਰ, ਇਹ ਆਰਤੀ ਉਤਾਰਨ ਦਾ ਸੱਭਿਆਚਾਰ ਸਾਡਾ ਸੱਭਿਆਚਾਰ ਨਹੀਂ ਹੈਗਾ। ਗੁਰੂ ਰਵਿਦਾਸ ਦੀ ਆਰਤੀ ਤੁਸੀਂ ਪੜ੍ਹਦੇ ਆ, ਉਚਾਰਦੇ ਆ, ਆਰਤੀ ਦੇ ਅਰਥ ਕਰਕੇ ਦੱਸਣੇ ਚਾਹੀਦੇ ਹਨ। ਜਿਹੜੇ ਸਾਡੇ ਭਾਈ ਹਨ ਨਾ ਇੱਥੇ, ਪ੍ਰੋਤ, ਆਪਾਂ ਪ੍ਰੋਤ ਕਹਿ ਲਓ, ਭਾਈ ਕਹਿ ਲਓ, ਜੋ ਮਰਜ਼ੀ ਉਹ ਜਿਹੜੇ, ਉਹਨਾਂ ਨੂੰ ਅਰਥ ਕਰਕੇ ਦੱਸਣੇ ਚਾਹੀਦੇ ਹਨ। ਜੇ ਅਰਥ ਕਰਕੇ ਸਮਝਾਉਣ, ਗੁਰੂ ਰਵਿਦਾਸ ਨੇ ਆਰਤੀ ਸ਼ਬਦ ਦੇ ਵਿੱਚ ਜਿਹੜੀਆਂ ਆਰਤੀਆਂ ਉਤਾਰੀਆਂ ਜਾਂਦੀਆਂ ਸੀ ਹਿੰਦੂ ਧਰਮ ਦੇ ਵਿੱਚ, ਉਹਦਾ ਬੜਾ ਜ਼ਬਰਦਸਤ ਵਿਰੋਧ ਕੀਤਾ ਹੈ। ਕਿਉਂ ਵਿਰੋਧ ਕੀਤਾ? ਕਿਉਂਕਿ ਆਪਣਾ ਸੱਭਿਆਚਾਰ, ਆਪਣਾ ਕਲਚਰ ਡਿਵੈਲਪ ਕਰਨਾ ਚਾਹੁੰਦੇ ਸਨ। ਗੁਰੂ ਰਵਿਦਾਸ ਨੇ ਪਖੰਡਵਾਦ ਦਾ, ਕਰਮਕਾਂਡ ਦਾ, ਪੂਜਾ ਭਗਤੀ ਦਾ ਬੜਾ ਜ਼ਬਰਦਸਤ ਵਿਰੋਧ ਕੀਤਾ। ਅਸੀਂ ਕੀ ਕੀਤਾ? ਅਸੀਂ ਫੋਟੋ ਰੱਖ ਦਿੱਤੀ, ਅਸੀਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਆਪਣੇ ਮੰਦਿਰ ਬਣਾ ਲਿਆ, ਮੂਰਤੀਆਂ ਰੱਖਣੀਆਂ ਸ਼ੁਰੂ ਕਰਤੀਆਂ। ਸਾਨੂੰ ਕੋਈ ਨਹੀਂ ਪਤਾ 5 ਆਰਤੀਆਂ ਹਨ ਗੁਰੂ ਰਵਿਦਾਸ ਦੀਆਂ, 5 ਆਰਤੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕੋ ਹੀ ਆਰਤੀ ਹੈ ਨਾ, 5 ਆਰਤੀਆਂ ਪਖੰਡਵਾਦ ਦੇ ਵਿਰੋਧ, ਮੂਰਤੀ ਪੂਜਾ ਦੇ ਵਿਰੋਧ, ਆਰਤੀ ਉਤਾਰਨ ਦੇ ਵਿਰੋਧ। ਜਿਹੜਾ ਆਪਾਂ ਆਰਤੀ ਉਤਾਰਦੇ ਹਾਂ ਨਾ ਆ ਰੱਖ ਕੇ, ਇਹ ਪਿੱਛੇ 30 ਸਾਲਾਂ ਤੋਂ ਸ਼ੁਰੂ ਹੋਇਆ। ਸਾਡੇ ਸੱਭਿਆਚਾਰ ਕਿਤੇ ਨਹੀਂ ਸੀ, ਸਾਡੇ ਬਜ਼ੁਰਗ ਕੋਈ ਨਹੀਂ ਸੀ ਆਰਤੀਆਂ ਉਤਾਰਦੇ, ਸਾਡੇ ਬਜ਼ੁਰਗ ਕੋਈ ਨਹੀਂ ਸੀ ਪਖੰਡਵਾਦ ਕਰਦੇ, ਬਹੁਤ ਘੱਟ ਕਰਦੇ ਸਨ, ਅੰਧ ਵਿਸ਼ਵਾਸੀ ਨਹੀਂ ਸਨ। ਪਰ ਅੱਜ ਅਸੀਂ ਅੰਧ ਵਿਸ਼ਵਾਸੀ ਹੋ ਗਏ ਤੇ ਸਾਡੇ ਉੱਪਰ ਮਨੂਵਾਦ ਇੰਨਾ ਜ਼ਿਆਦਾ ਹਾਵੀ ਹੈ। ਹਰ ਗੱਲ, ਆਪਾਂ ਬੱਚੇ ਦਾ ਜਨਮ ਹੁੰਦਾ, ਆਪਾਂ ਕਹਿੰਦੇ ਕਢਾ ਕੇ ਲਿਆਓ। ਹੁਣ ਬ੍ਰਾਹਮਣ ਨਹੀਂ ਹੈ, ਇਹ ਬ੍ਰਾਹਮਣ ਹੀ ਹਨ। ਜਿਹੜੇ ਸਾਡੇ ਡੇਰਾਵਾਦ ਹੈ ਨਾ, ਇਹ ਬ੍ਰਾਹਮਣਿਜ਼ਮ ਹੈ। ਜਿਹੜਾ ਡੇਰਾਵਾਦ ਹੈ ਨਾ, ਅਸੀਂ ਬ੍ਰਾਹਮਣਾਂ ਕੋਲ ਤੇ ਨਹੀਂ ਜਾਂਦੇ। ਹੁਣ ਇਹ ਸਾਡੇ ਬ੍ਰਾਹਮਣ ਸਾਡੇ ਗੁਰਦੁਆਰਿਆਂ 'ਚ, ਸਾਡੇ ਡੇਰਿਆਂ 'ਚ ਬੈਠੇ ਹਨ। ਆਪਾਂ ਕਹਿੰਦੇ ਆ ਇਹ ਕੱਢਿਓ ਨਾ ਕੱਢਿਓ ਜੀ, ਇਹ ਹਿੰਦੂ ਕਲਚਰ ਹੈ। ਇਹ ਸਾਰਾ ਪਖੰਡਵਾਦ ਹੈ, ਇਹ ਮਨੂਵਾਦ ਹੈ।
ਇੱਕ ਪਾਸੇ ਆਪਾਂ ਮਨੂਵਾਦ ਦਾ ਆਪਾਂ ਦੇਖੋ ਸ਼ੁਰੂ ਤੋਂ ਲੈ ਕੇ ਬਹੁਤ ਅੱਛੇ ਢੰਗ ਨਾਲ ਸਾਰੇ ਬੁਲਾਰੇ ਕਿਵੇਂ ਮਨੂਵਾਦ ਦੀ ਗੱਲ ਕਰ ਰਹੇ ਸਨ। ਤੇ ਜੇ ਮਨੂਵਾਦ ਸਾਡੇ ਜੀਵਨ ਦੇ ਵਿੱਚ ਹੈ, ਜੇ ਰੀਤਾਂ ਰਸਮਾਂ ਸਾਡੇ ਜੀਵਨ ਦੇ ਵਿੱਚ ਹੈ, ਜੇ ਪਖੰਡਵਾਦ ਸਾਡੇ ਜੀਵਨ 'ਚ ਹੈ, ਜੇ ਕਰਮਕਾਂਡ ਸਾਡੇ ਜੀਵਨ 'ਚ ਹੈ, ਤੇ ਮੈਂ ਸਮਝਦਾ ਆਪਾਂ ਨਾ ਅਸੀਂ ਭਗਵਾਨ ਬੁੱਧ ਦੀ ਗੱਲ ਮੰਨੀ, ਨਾ ਆਪਣੇ ਗੁਰੂਆਂ ਦੀ ਮੰਨੀ, ਨਾ ਗੁਰੂ ਰਵਿਦਾਸ ਦੀ ਗੱਲ ਮੰਨੀ। ਅਸੀਂ ਮੱਥਾ ਜ਼ਰੂਰ ਟੇਕਦੇ ਹਾਂ, ਅਸੀਂ ਗੁਰੂ ਰਵਿਦਾਸ ਨੂੰ ਕਹਿੰਦੇ ਅਸੀਂ ਮੱਥਾ ਟੇਕਦੇ ਹਾਂ, ਅਸੀਂ ਪੱਖਾ ਵੀ ਲਾਵਾਂਗੇ, ਤੇਰੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ ਜਾਂ ਅੰਮ੍ਰਿਤ ਬਾਣੀ ਹੈ, ਅਸੀਂ ਉੱਥੇ ਏਸੀ ਵੀ ਲਾਵਾਂਗੇ, ਪਰ ਜੋ ਤੂੰ ਕਹਿੰਦਾ ਉਹ ਅਸੀਂ ਨਹੀਂ ਮੰਨਣਾ ਜਿੰਨੀ ਦੇਰ ਤੱਕ ਅਸੀਂ ਆਪਣਾ ਕਲਚਰ ਡਿਵੈਲਪ ਨਹੀਂ ਕਰਦੇ। ਇਹ ਗੱਲਾਂ ਬਹੁਤ ਡੂੰਘੀਆਂ ਹਨ, ਸ਼ਾਇਦ ਬਹੁਤ ਸਾਰੇ ਲੋਕਾਂ ਦੇ ਸਮਝ ਨਾ ਆਉਣ, ਪਰ ਦੇਖੋ ਬਈ ਜੇ ਆਪਾਂ ਰਾਜਨੀਤਿਕ ਸੱਤਾ ਪ੍ਰਾਪਤ ਕਰਨੀ ਹੈ, ਜੇ ਆਪਾਂ ਅੰਬੇਡਕਰ ਦਾ ਅੱਜ ਜਨਮਦਿਨ ਮਨਾ ਰਹੇ ਹਾਂ ਤੇ ਅੰਬੇਡਕਰ ਨੂੰ ਯਾਦ ਕਰ ਰਹੇ ਹਾਂ, ਤੇ ਫਿਰ ਅੰਬੇਡਕਰ ਦੀ ਗੱਲ ਸਾਨੂੰ ਮੰਨਣੀ ਪਏਗੀ। ਉਹ ਹੈ ਵਟ ਕਾਂਗਰਸ ਐਂਡ ਗਾਂਧੀ ਹੈਵ ਡਨ ਟੂ ਦਾ ਅਨਟੱਚੇਬਲਸ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ 1945 ਚ ਲਿਖੀ ਸੀ ਕਿਤਾਬ, ਇਹ ਪੰਜਾਬੀ 'ਚ ਵੀ ਮਿਲਦੀ, ਹਿੰਦੀ 'ਚ ਵੀ ਮਿਲਦੀ ਹੈ, ਕਿ ਗਾਂਧੀ ਅਤੇ ਕਾਂਗਰਸ ਨੇ ਅਛੂਤਾਂ ਲਈ ਕੀ ਕੀਤਾ। ਜੇ ਤੁਸੀਂ ਪੜ੍ਹ ਲਓਗੇ ਤੇ ਜਿਹੜੀ ਮੈਂ ਗੱਲ ਸੱਭਿਆਚਾਰ ਡਿਵੈਲਪ ਕਰਨ ਦੀ ਕਹਿ ਰਿਹਾ, ਉਹ ਜੇ ਸੱਭਿਆਚਾਰ ਅਸੀਂ ਸਾਨੂੰ 50 ਸਾਲ ਲੱਗਣੇ, ਹੋ ਸਕਦਾ 100 ਸਾਲ ਵੀ ਲੱਗਣ, ਹੋ ਸਕਦਾ 200 ਸਾਲ ਕ੍ਰਾਂਤੀ ਲਿਆਂਦੀ, 200 ਸਾਲ ਸੰਘਰਸ਼ ਕੀਤਾ ਸਿੱਖੀਜ਼ਮ ਨੇ। ਉਸ ਤੋਂ ਬਾਅਦ ਦੇਖੋ 1699 ਚ ਖਾਲਸਾ ਪੰਥ ਦੀ ਸਾਜਨਾ ਕਰਦੇ ਹਾਂ ਗੁਰੂ ਗੋਬਿੰਦ 1699 ਚ, ਤੇ 200 ਸਾਲ ਬਾਅਦ ਜਾ ਕੇ 1899 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਹੁਕਮਰਾਨ ਬਣਦਾ ਹੈ, 200 ਸਾਲ ਬਾਅਦ। ਯਾਨੀ ਹੋ ਸਕਦਾ ਸਾਨੂੰ 100 ਸਾਲ ਵੀ ਲੱਗੇ, ਪਰ ਉਧਰਲੇ ਪਾਸੇ ਨੂੰ ਤੁਰੋ ਤਾਂ ਸਹੀ। ਜੇ ਆਪਾਂ ਚੱਲਾਂਗੇ ਉਧਰਲੇ ਪਾਸੇ ਨੂੰ, ਅਸੀਂ ਚੱਲ ਨਹੀਂ ਰਹੇ। ਅਸੀਂ ਤਾਂ ਹਿੰਦੂਇਜ਼ਮ ਦਾ ਬਹੁਤ ਪ੍ਰਭਾਵ ਹੈ। ਮੈਂ ਜਿਵੇਂ ਦੱਸਿਆ ਅੱਜ ਤੋਂ 40 ਸਾਡੇ ਬਜ਼ੁਰਗ ਜਿਹੜੇ ਨੇ, ਬਾਬੇ ਸਨ, ਪਿਓ ਸਨ, ਉਹ ਕਦੀ ਸੀ ਨਾ ਪਖੰਡਵਾਦ ਦੇ ਵਿੱਚ, ਉਹ ਕਦੀ ਜਗਰਾਤਿਆਂ ਦਾ ਸੰਬੰਧ ਕੀ ਹੈ ਸਾਡੇ ਨਾਲ। ਮਤਲਬ ਇਹ ਗੱਲਾਂ ਛੱਡੋ, ਪਖੰਡਵਾਦ ਛੱਡੋ। ਜੇ ਨਹੀਂ ਛੱਡੋਗੇ, ਗੁਰੂ ਰਵਿਦਾਸ ਨੂੰ ਆ ਦੇਖੋ, ਉਹ ਤੁਸੀਂ ਲਿਖ ਕੇ ਲਿਆ, ਪਰਾਧੀਨਤਾ ਪਾਪ ਹੈ। ਸਾਨੂੰ ਕਿਹਨਾਂ ਨੇ ਦੱਸਣਾ ਸੀ? ਸਾਨੂੰ ਇਹ ਸਾਡੇ ਡੇਰਿਆਂ ਵਾਲਿਆਂ ਨੇ, ਮਹਾਂਪੁਰਸ਼ਾਂ ਨੇ ਦੱਸਣਾ ਸੀ ਕਿ ਗੁਰੂ ਰਵਿਦਾਸ ਨੇ ਆ ਵੀ ਕਿਹਾ ਕਿ ਪਰਾਧੀਨਤਾ ਪਾਪ ਹੈ, ਜਾਨ ਲਿਓ ਰੇ ਮੀਤ। ਰਵਿਦਾਸ ਦਾਸ ਪਰਾਧੀਨ ਸੋ ਕੋ, ਕਿ ਪਰਾਧੀਨਤਾ ਗੁਲਾਮੀ ਵਰਗਾ ਵੱਡਾ ਪਾਪ ਕੋਈ ਨਹੀਂ ਹੈਗਾ। ਅੰਬੇਡਕਰ ਨੇ ਸਾਨੂੰ ਬੜੇ ਜ਼ਬਰਦਸਤ ਸਿਧਾਂਤ ਦਿੱਤੇ ਹਨ, ਬੜੀਆਂ, ਜਿਵੇਂ ਆਪਾਂ ਕਹਿੰਦੇ ਆਪਾਂ ਕਾਰਨ ਲੱਭੋ। ਭਗਵਾਨ ਬੁੱਧ ਨੇ ਕਿਹਾ ਸੀ ਕਿ ਦੁੱਖ ਹੈ, ਦੁੱਖ ਦਾ ਕਾਰਨ ਹੈ। ਉਹ ਕਾਰਨ ਜੇ ਤੁਸੀਂ ਲੱਭ ਲਓ ਤੇ ਉਹ ਕਾਰਨ ਨੂੰ ਦੂਰ ਕਰਨ ਲਈ ਯਤਨ ਕਰਾਂਗੇ ਤੇ ਆਪਾਂ ਸਫਲ ਹੋ ਸਕਦੇ ਹਾਂ। ਉਹਦੇ ਲਈ ਸਮਾਂ ਲੱਗੇਗਾ, ਪਰ ਇਧਰਲੇ ਪਾਸੇ ਕਿ ਨੌਜਵਾਨ ਜਿਹੜਾ ਅੱਜ ਦਾ ਨੌਜਵਾਨ ਵਰਗ ਹੈ ਨਾ, ਉਹਨੂੰ ਅੱਗੇ ਆਉਣਾ ਚਾਹੀਦਾ, ਪੜ੍ਹਨਾ ਜ਼ਰੂਰ ਚਾਹੀਦਾ। ਦੇਖੋ ਇਹ ਸਿਰਫ 2 ਕਿਤਾਬਾਂ, ਤੁਹਾਨੂੰ ਪਤਾ ਲੱਗੇਗਾ ਕਿ ਪੈਰ ਦੇ ਉੱਪਰ ਕਾਂਗਰਸ ਨੇ ਕਿਵੇਂ ਵਿਰੋਧ ਕੀਤਾ। ਆ ਤਾਂ ਆਪਾਂ ਹੁਣ ਕਹਿੰਦੇ ਨਾ ਜਨਰਲ ਸਮਾਜ ਦੀ ਗੱਲ, ਤੁਹਾਨੂੰ ਹੁਣ ਪਤਾ ਲੱਗਾ। ਇਹ 1974 ਦੇ ਵਿੱਚ ਬਣ ਗਿਆ ਸੀਗਾ, ਕਿਸੇ ਨੂੰ ਨਹੀਂ ਪਤਾ, ਸੁੱਤੇ ਰਹੇ। ਅਸੀਂ ਤਾਂ ਜਗਾਉਣ ਦੀ ਕੋਸ਼ਿਸ਼ ਕੀਤੀ। ਰਵਿਦਾਸ ਪੱਤਰਿਕਾ ਦੇ ਰਾਹੀਂ ਜਨਤਕ ਲਹਿਰ ਪੇਪਰ ਨਿਕਲਦਾ ਹੁੰਦਾ ਸੀ, ਉਹਦੇ ਰਾਹੀਂ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਖੁਦ ਐਡਿਟ ਕਰਦਾ ਰਿਹਾ ਰਵਿਦਾਸ ਪੱਤਰਿਕਾ ਨੂੰ, ਜਿਹੜੀ ਇੰਗਲੈਂਡ ਵਾਲੇ ਇਸ਼ੂ ਕੀਤੀ ਮਾਡਲ ਟਾਊਨ ਤੋਂ। ਤੇ ਉਹਦੇ ਵਿੱਚ ਅਸੀਂ 1974 ਦੇ ਵਿੱਚ ਨੌਨ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਬਣੀ, ਜਿਹੜਾ ਅੱਜ ਜਨਰਲ ਸਮਾਜ ਦਾ ਰੂਪ ਬਣ ਗਿਆ। ਫਗਵਾੜੇ ਜਿਹਨਾਂ ਨੇ ਪੌੜਾ ਪਾਇਆ, ਤੇ ਅਸੀਂ ਉਦੋਂ ਤੁਹਾਨੂੰ ਕਹਿੰਦੇ ਰਹੇ ਚੇਤਨ ਹੋ ਜਾਓ। ਤੇ ਨੌਨ ਸ਼ਡਿਊਲਡ ਐਸੋਸੀਏਸ਼ਨ ਦੀ ਪੰਚਾਇਤ ਭਵਨ 'ਚ ਉਹਦੀ ਕਾਨਫਰੰਸ, ਉਹਦੀ ਪ੍ਰਧਾਨਗੀ ਪਤਾ ਕਿਵੇਂ ਕੀਤੀ ਸੀ? ਕਾਂਗਰਸ ਦੇ ਉਸ ਵੇਲੇ ਦੇ ਪ੍ਰਧਾਨ ਗੁਰਬਚਨ ਸਿੰਘ ਤਾਲਬ ਨੇ। ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਗੁਰਬਚਨ ਸਿੰਘ ਤਾਲਬ, ਤੇ ਪ੍ਰਧਾਨਗੀ ਕਰ ਰਿਹਾ ਨੌਨ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਦੀ, ਜਿਹਦੇ ਵਿੱਚ ਇਹ ਮਤਾ ਪਾਸ ਹੋਇਆ ਕਿ SC ST ਦੀ ਰਿਜ਼ਰਵੇਸ਼ਨ ਖਤਮ ਕਰਨੀ ਚਾਹੀਦੀ ਹੈ। ਇਹ ਤਾਂ ਚਲੋ ਪੁਰਾਣੀ ਗੱਲ ਹੋ ਗਈ। ਉਹ ਹੁਣ 1990 ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜਾ ਐਨੂਅਲ ਸੈਸ਼ਨ ਸੀਗਾ, ਉਹਦੇ ਵਿੱਚ ਜਨਾਰਦਨ ਦਵੇਦੀ ਦਾ, ਤੁਹਾਡੇ ਵਿੱਚੋਂ ਸ਼ਾਇਦ ਕਿਸੇ ਨੇ ਨਾਂ ਸੁਣਿਆ ਕਿ ਨਹੀਂ ਸੁਣਿਆ, ਜਨਾਰਦਨ ਦਵੇਦੀ ਆਪਾਂ ਕਹਿੰਦੇ ਜਨਰਲ ਸੈਕਟਰੀ ਹੈ ਸਾਡੀ ਪਾਰਟੀ ਦਾ, ਉਹ ਸੀਗਾ ਸੈਕਟਰੀ ਜਨਰਲ ਕਾਂਗਰਸ ਪਾਰਟੀ ਦਾ। ਉਹ ਲਗਾਤਾਰ ਰਿਹਾ ਰਾਜੀਵ ਗਾਂਧੀ ਤੋਂ ਬਾਅਦ। ਹੁਣੇ ਉਹ 3 ਹਫ਼ਤੇ ਪਹਿਲਾਂ ਲਾਇਆ ਉਹਨੇ, ਕੀ ਆ ਸੋਨੀਆ ਗਾਂਧੀ ਨੇ, ਜਨਾਰਦਨ ਦਵੇਦੀ। ਤੇ ਅੱਜ ਪਿੱਛੋਂ ਇੱਥੋਂ ਗੁਜਰਾਤ ਤੋਂ ਹੁਣੇ 2-3 ਮਹੀਨੇ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਿਆ ਉਹ। ਤੇ ਜਨਾਰਦਨ ਦਵੇਦੀ ਨੇ ਮਤਾ ਲਿਆਂਦਾ, ਉਹਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਮਤਾ ਪਾਸ ਕੀਤਾ ਹੋਇਆ। ਉਸ ਮਤੇ 'ਚ ਉਹਨਾਂ ਨੇ ਕਿਹਾ ਕਿ ਸ਼ਡਿਊਲਡ ਕਾਸਟਾਂ ਦੀ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਕਾਂਗਰਸ ਨੇ ਮਤਾ ਕੀਤਾ ਪਾਸ, ਰਾਜੀਵ ਗਾਂਧੀ ਦੀ ਅਗਵਾਈ ਥੱਲੇ। ਰਾਜੀਵ ਗਾਂਧੀ ਜਿੰਦਾ ਸੀ ਉਦੋਂ, ਅਗਲੇ ਸਾਲ ਮਰਡਰ ਹੋ ਗਿਆ ਉਸਦਾ। ਤੇ ਆਪਾਂ ਫਿਰ ਵੀ ਸੁੱਤੇ ਰਹੇ, ਆਪਾਂ ਫਿਰ ਵੀ ਵੋਟਾਂ ਪਾਈ ਗਏ, ਕਾਂਗਰਸ ਨੂੰ ਲਿਆਈਏ ਬਈ ਸਾਡੇ ਲਈ ਕਾਂਗਰਸੀ ਸਾਰੀ। ਯਾਨੀ ਇਹ ਗੱਲਾਂ ਜਦੋਂ ਮੈਂ ਹੁਣ ਕਹਿੰਦਾ, ਮੈਨੂੰ ਯਾਦ ਆਉਂਦਾ ਜਦੋਂ ਮੈਂ ਪਿੱਛੇ 1.5 ਸਾਲ ਪਹਿਲਾਂ ਕਿਤੇ ਇੱਦਾਂ ਆਪਾਂ ਫੰਕਸ਼ਨ ਸੀਗਾ, KP ਸਾਹਿਬ ਵੀ ਉੱਥੇ ਸੀ, ਮੈਂ ਉੱਥੇ ਵੀ ਗੱਲ ਕਹਿਤੀ। ਇਹ ਮੈਨੂੰ ਬਾਅਦ 'ਚ ਪਤਾ ਕੀ ਕਹਿੰਦੇ, ਜਦੋਂ ਆਪਾਂ ਚਾਹ ਪਾਣੀ ਪੀਂਦੇ ਹਾਂ, ਕਹਿੰਦੇ ਪ੍ਰੈਸ ਸਾਹਿਬ ਵੀ ਇਹ ਮਤਾ ਤੁਹਾਡੇ ਕੋਲ ਹੈਗਾ ਮਤਾ,
ਉਹ ਮੈਂ ਕਿਹਾ ਤੁਸੀਂ ਸਾਨੂੰ ਲਿਆ ਕੇ ਦਿਓ, ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਮਤਾ, ਮੈਂ ਤੁਹਾਨੂੰ ਦੱਸ ਦਿੱਤਾ 1990 ਦਾ ਮਤਾ, ਸਗੋਂ ਤੁਸੀਂ ਯਾਨੀ ਕਾਂਗਰਸੀ ਵੀ ਸਾਡੇ ਕੋਲੋਂ ਮਤਾ ਲੈਣ ਦੀ ਗੱਲ ਕਹਿੰਦੇ ਆ। ਕਿੰਨੇ ਕੁ ਚੇਤਨ ਹੈਗੇ ਉਹ ਲੋਕ, ਤੇ ਜਿਹੜੇ ਆਪਣੇ ਰਾਈਟਸ ਪ੍ਰਤੀ ਨਹੀਂ ਚੇਤਨ, ਤੇ ਉਹ ਆਪਣੇ ਲਈ ਕੀ ਕਰਨਗੇ। ਉਹ ਇਸੇ ਕਰਕੇ ਜਦੋਂ 2 ਤਰੀਕ ਦਾ ਭਾਰਤ ਬੰਦ ਹੋਇਆ, ਕੋਈ ਤੁਹਾਡੇ ਹੱਕ 'ਚ ਨਾਰਾ ਹਾਂ ਦਾ ਨਾਰਾ ਮਾਰਨ ਲਈ ਨਹੀਂ ਆਇਆ। ਉਹ 1061 MLA ਆ ਇਸ ਦੇਸ਼ ਦੇ ਵਿੱਚ, 1061 MLA, 131 MP ਮੈਂਬਰ ਪਾਰਲੀਮੈਂਟ, ਤੁਹਾਡੇ 131 MP, 131 MP ਜੇ ਚਾਹਣ ਆਪਣੀ ਸਰਕਾਰ ਬਣਾ ਸਕਦੇ ਆ। ਜੇ 131 ਜੇ ਸਰਕਾਰ ਨਹੀਂ ਬਣਾਉਣੀ, ਤੁਸੀਂ ਮੰਗ ਤਾਂ ਰੱਖੋ। ਕੋਈ ਨਹੀਂ ਆਇਆ, ਕੋਈ ਨਹੀਂ ਨਿਕਲਿਆ ਬਾਹਰ ਆ 2 ਤਰੀਕ ਦੇ ਭਾਰਤ ਬੰਦ ਦੇ ਵਿੱਚ। ਇਸ ਕਰਕੇ ਭਰਾਵੋ, ਇਹ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ, ਇਹਨਾਂ ਨੂੰ ਸੋਚਣ ਦੀ ਲੋੜ ਹੈ। ਅੱਜ ਸਾਨੂੰ ਕਰਨਾ ਕੀ ਚਾਹੀਦਾ ਹੈ? ਬਾਬਾ ਸਾਹਿਬ ਨੇ ਬਹੁਤ ਕੁਛ ਕੀਤਾ ਹੈ, ਪਰ ਹੁਣ ਸਾਨੂੰ ਇਸ ਜੋ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਸੀਗਾ, ਉਹ ਹੌਲੀ ਹੌਲੀ ਖਤਮ, ਡਾਇਲਿਊਟ ਕੀਤਾ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਉਸ ਨੂੰ ਕਾਇਮ ਰੱਖਣ ਲਈ, ਸੰਵਿਧਾਨ ਨੂੰ ਬਚਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਤੇ ਜੇ ਆਪਣਾ ਰਾਜ ਲਿਆਉਣਾ, ਬਾਬਾ ਸਾਹਿਬ ਦੀ ਇਹ ਗੱਲ ਯਾਦ ਰੱਖਿਓ। ਬਾਬਾ ਸਾਹਿਬ ਨੇ ਕਹੀ ਆ ਕਿ ਰਾਜਨੀਤਿਕ ਕ੍ਰਾਂਤੀਆਂ, ਰਾਜਨੀਤਿਕ ਕ੍ਰਾਂਤੀ ਹੈ ਕਿ ਪ੍ਰਾਈਮ ਮਿਨਿਸਟਰ ਇੱਕਦਮ ਤੁਹਾਡਾ ਹੋਵੇ, ਵਕਤੀ ਤੌਰ ਤੇ ਲੈ ਸਕਦੇ ਹੋ ਤੁਸੀਂ ਸਮਝੌਤਾ ਕਰਕੇ, ਜਿੱਦਾਂ ਹੁਣ ਆਪਾਂ ਕਰਨਾਟਕ ਦੇ ਵਿੱਚ ਕੱਲ੍ਹ ਦੇਖਿਆ ਜੋ ਹੋਇਆ, ਸਮਝੌਤਾ ਕਰਕੇ ਆ ਸਕਦੇ ਹਾਂ। ਪਰ ਜੇ ਤੁਸੀਂ ਪੱਕੇ ਤੌਰ ਤੇ ਆਪਣਾ ਰਾਜਨੀਤਿਕ ਕ੍ਰਾਂਤੀ ਕਰਨਾ ਚਾਹੁੰਦੇ ਹਾਂ, ਕ੍ਰਾਂਤੀ ਦਾ ਮਤਲਬ ਹੁੰਦਾ ਮੁੱਢੋਂ ਸਿਰੋਂ ਸਾਰਾ ਬਦਲ ਕੇ ਆਪਣਾ ਰਾਜ ਲਿਆਉਣਾ, ਤੇ ਫਿਰ ਤੁਹਾਨੂੰ ਸਮਾਜਿਕ ਤੇ ਸੱਭਿਆਚਾਰਕ ਕ੍ਰਾਂਤੀ। 300 ਬੰਦਾ ਉਹਨਾਂ ਦਾ PhD, 300 ਪ੍ਰੋਫੈਸਰ ਉਹਨਾਂ ਦਾ ਨਾਗਪੁਰ ਬੈਠਾ 8-8 ਘੰਟੇ ਦੀ ਡਿਊਟੀ ਦੇ ਰਿਹਾ, 100 ਬੰਦਾ ਇਹੀ ਕੰਮ ਕਰਦੇ। ਉਹ ਆ ਜਿਹੜੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਕੰਮ ਕਰਦੇ, ਤੁਸੀਂ ਵੀ ਐਕਟਿਵ ਹੋਏ, ਚੰਗੀ ਗੱਲ ਹੈ, ਚੇਤਨਾ ਪੈਦਾ ਕੀਤੀ। ਆ ਸੋਸ਼ਲ ਮੀਡੀਆ ਨੇ 2 ਤਰੀਕ ਦਾ ਜਿਹੜਾ 2 ਅਪ੍ਰੈਲ ਦਾ ਭਾਰਤ ਬੰਦ ਸੀ, ਤੇ ਉਹਨਾਂ ਦਾ ਸੋਸ਼ਲ ਮੀਡੀਆ ਤਾਂ ਉਹ ਮਤਲਬ ਦਹਾਕਿਆਂ ਤੋਂ ਕੰਮ ਕਰ ਰਿਹਾ, ਦਹਾਕਿਆਂ ਤੋਂ ਕੰਮ ਕਰ ਰਿਹਾ, ਮਤਲਬ ਉਹ ਬਹੁਤ ਸਮੇਂ ਤੋਂ, ਪਿਛਲੇ 50-60 ਸਾਲ ਤੋਂ ਲੱਗਾ ਹੋਇਆ। ਐਵੇਂ ਨਹੀਂ ਰਾਜ ਉਹਨਾਂ ਦਾ ਆਇਆ, ਤੇ ਆਪਾਂ ਹਾਲੇ ਵੀ ਉਹਨਾਂ ਨਾਲ ਜੁੜੇ ਹੋਏ ਹਾਂ। ਤੁਸੀਂ ਜੇ ਐਨਾਲਿਸਿਸ ਕਰਕੇ ਦੇਖੋ ਨਾ, ਆ ਦੈਨਿਕ ਭਾਸਕਰ 'ਚ ਆਇਆ ਸੀ ਐਨਾਲਿਸਿਸ, ਹੋਰ ਵੀ ਅਖਬਾਰਾਂ 'ਚ ਆਇਆ। ਆ ਜਿਹੜਾ ਇਲੈਕਸ਼ਨ ਹੋਈ ਆ ਹੁਣੇ ਕਰਨਾਟਕ ਦੇ ਵਿੱਚ, ਹਾਲੇ ਵੀ 24% ਸਾਡੇ ਸ਼ਡਿਊਲ ਕਾਸਟ ਲੋਕਾਂ ਨੇ ਵੋਟਾਂ ਪਾਈਆਂ BJP ਨੂੰ। ਜਾਨੀ BJP ਸਾਨੂੰ ਕਤਲ ਕਰ ਰਿਹਾ, ਸਾਡੇ ਹੱਕਾਂ ਦਾ ਕਾਤਲ ਹੈਗੇ BJP ਵਾਲੇ, ਫਿਰ ਵੀ ਆਪਾਂ ਵੋਟਾਂ ਪਾ ਰਹੇ ਹਾਂ, ਕਿਉਂਕਿ ਸਾਡੇ ਉੱਪਰ ਉਹਨਾਂ ਦੇ ਸੱਭਿਆਚਾਰ ਦਾ ਪ੍ਰਭਾਵ ਹੈ। ਇਸ ਕਰਕੇ ਆਪਣਾ ਸੱਭਿਆਚਾਰ ਆਪਣਾ ਬਣਾਓ, ਪਖੰਡਵਾਦ ਛੱਡੋ। ਹਿੰਦੂਇਜ਼ਮ ਜਿਹੜਾ ਉਹਨੂੰ ਘੱਟ ਤੋਂ ਘੱਟ ਇਹਨੂੰ ਆਪਣੇ ਆ ਜਿਹੜਾ ਅਸੀਂ ਤਾਂ ਸੱਭਿਆਚਾਰ ਜੇ ਇਕੱਠੇ ਹੋਣਾ, ਅਸੀਂ ਦੇਖੋ ਇੱਥੇ ਵੋਟਾਂ ਤਾਂ ਆਪਾਂ ਤਾਂ ਹੀ ਪਾਵਾਂਗੇ ਜੇ ਸਾਨੂੰ ਪਤਾ ਹੋਵੇ ਕਿ ਅਸੀਂ ਸਾਡਾ ਆ ਸੱਭਿਆਚਾਰ, ਸਿੱਖ ਜਿੱਦਾਂ ਸਿੱਖ ਵੋਟਾਂ ਪਾਉਂਦੇ, ਮੁਸਲਮਾਨ ਵੋਟਾਂ ਪਾਉਂਦੇ, ਹਾਲੇ ਮੁਸਲਿਮ ਭਾਵੇਂ ਜਿੱਤਦੇ ਚਾਹੇ ਹਾਰਦੇ ਨਹੀਂ, ਪਰ ਫਿਰ ਵੀ 70-80-85% ਮੁਸਲਮਾਨ ਇਕੱਠੇ ਆ। 10-15 ਤਾਂ ਆਪਣੇ 'ਚ ਵੀ ਰਹਿਣੇ ਹੀ ਆ, ਜਿਹੜੇ ਮੌਕਾ ਪ੍ਰਸਤ ਚਾਪਲੂਸ ਜਿਹੜੇ ਆ ਉਹ ਰਹਿਣੇ ਹਮੇਸ਼ਾ ਹੀ ਰਹਿਣੇ ਆ, ਜਿਹੜੇ ਮਤਲਬ ਉਹਨਾਂ ਦੀ ਚਾਪਲੂਸੀ ਲੈ ਕੇ ਜਿਹਨਾਂ ਦਾ ਸਵਾਰਥ ਹੈ, ਉਹ ਉਹਨਾਂ ਨੂੰ ਛੱਡੋ। ਜੇ ਆਪਾਂ 80-85 ਸ਼ਡਿਊਲ ਕਾਸਟਾਂ ਦੀ ਗੱਲ ਕਰ ਰਹੇ ਹਾਂ, OBC ਨੂੰ ਛੱਡ ਕੇ, OBC ਵੀ ਉਹਨਾਂ ਦੇ ਨਾਲ ਜੁੜੀ ਹੋਈ ਆ, ਕਿਉਂਕਿ ਸੱਭਿਆਚਾਰ ਨਹੀਂ ਡਿਵੈਲਪ ਹੋ ਗਿਆ। ਅੰਬੇਡਕਰ ਦਾ ਸੱਭਿਆਚਾਰ ਜਿਹੜਾ ਸੀ ਨਾ, ਜੋ ਕਹਿਣਾ ਚਾਹੁੰਦੇ ਸੀ, ਮਨੂਵਾਦ ਦੇ ਵਿਰੋਧ ਦੇ ਵਿੱਚ ਪੈਰਲਲ ਸੱਭਿਆਚਾਰ ਅਸੀਂ ਨਹੀਂ ਹੋਂਦ ਵਿੱਚ ਲਿਆ ਸੀਗੇ। ਇਸ ਕਰਕੇ ਅਸੀਂ ਦੁੱਖਾਂ ਦਾ ਸਾਹਮਣਾ ਕਰ ਰਹੇ ਹਾਂ। ਜੇ ਤੁਸੀਂ ਅੱਜ ਆਪਾਂ ਕਸਮਾਂ ਖਾਈਏ ਕਿ ਅਸੀਂ ਪਖੰਡਵਾਦ ਨੂੰ ਛੱਡਣਾ ਹੈ, ਪਖੰਡਵਾਦ ਗੁਰੂ ਨਾਨਕ ਨੇ ਵੀ ਕਿਹਾ, ਸਤਿਗੁਰੂ ਕਬੀਰ ਨੇ ਵੀ ਕਿਹਾ, ਗੁਰੂ ਰਵਿਦਾਸ ਨੇ ਵੀ ਕਿਹਾ। ਇਹ ਉਹਨਾਂ ਦੇ ਅੱਜ ਜਦੋਂ ਹੁਣ ਭਾਈ ਇੱਥੇ ਪਾਠ ਕਰਦੇ, ਉਹਨਾਂ ਤੋਂ ਸਾਨੂੰ ਉਹਦੇ ਅਰਥ ਕਰਕੇ ਦੱਸੋ। ਜਦੋਂ ਸ਼ਰੇਆਮ ਕਹਿ ਰਿਹਾ ਛੋਡੇ ਅੰਨ, ਆ ਗੁਰੂ ਗ੍ਰੰਥ ਸਾਹਿਬ 'ਚ ਆ, ਛੋਡੇ ਅੰਨ ਕਰੇ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਕਿੱਡੀ ਵੱਡੀ ਗੱਲ ਕਹੀ ਕਿ ਜਿਹੜੇ ਵਰਤ ਰੱਖਦੀਆਂ ਔਰਤਾਂ ਨਾ ਉਹ ਸੁਹਾਗਣ ਹਨ, ਨਾ ਉਹ ਰੰਡੀਆਂ ਹਨ। ਜੇ ਆਪਾਂ ਨੂੰ ਸਮਝਾਇਆ ਜਾਂਦਾ ਸਾਡੇ ਡੇਰਿਆਂ ਵੱਲੋਂ, ਸਾਡੇ ਸੰਤਾਂ ਮਹਾਂਪੁਰਸ਼ਾਂ ਵੱਲੋਂ, ਅਸੀਂ ਹੌਲੀ ਹੌਲੀ ਛੱਡ ਦੇਣਾ ਸੀ ਪਖੰਡਵਾਦ। ਆਪਾਂ ਤਾਂ ਛੱਡਿਆ ਹੀ ਨਹੀਂ। ਇਹ ਸਾਰਾ ਕੁਛ ਉਹ ਗਦੀ ਕਿਆ ਗਦੀ ਕਹਿੰਦੇ, ਹਰ ਕਾ ਗੁਰੂ ਗ੍ਰੰਥ ਸਾਹਿਬ 'ਚ ਹੈ, ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ, ਅਹੋਈ ਦਾ ਵਰਤ ਹੈ। ਗਦੀ ਬਣ ਕੇ ਵਿਚਰੇ ਭਾਰ ਸਹੇ ਮਨ ਚਾਰ। ਜਦੋਂ ਗਦੀ ਭਾਰ ਢਾਉਂਦੀ ਹੈ ਨਾ, ਉਹਨੂੰ ਗਦੀ ਕਿਹਾ। ਪਰ ਕਿਸੇ ਸਮਾਜ ਦੀ ਆਇਡੈਂਟੀਟੀ ਨਹੀਂ ਨਾ ਬਣਦੀ। ਉਹ ਸਮਾਜ, ਉਹ ਕੌਮ ਰਾਜਨੀਤੀ ਤੋਂ ਉੱਪਰ ਕਾਬਜ਼ ਨਹੀਂ ਹੋ ਸਕਦੀ। ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਮੈਂ ਕੋਈ ਜਾਣ ਬੁੱਝ ਕੇ ਕੌੜੀਆਂ ਗੱਲਾਂ ਪਰ ਆਪਣੇ ਵੱਲੋਂ ਨਹੀਂ ਕਰਦਾ। ਕੁਛ ਗੁਰਬਾਣੀ ਦੀਆਂ ਕੋਟੇਸ਼ਨ ਦਿੱਤੀਆਂ, ਕੁਛ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਉਹਨਾਂ ਦੇ ਲਿਟਰੇਚਰ ਦੇ ਵਿੱਚੋਂ ਲਿਟਰੇਚਰ ਪੜ੍ਹੋ। ਇੰਨੀਆਂ ਕਿਤਾਬਾਂ 24 ਵੋਲਿਊਮ ਐਡੇ ਵੱਡੇ ਵੱਡੇ ਬਾਬਾ ਸਾਹਿਬ ਦੇ ਪੜ੍ਹਨੇ ਚਾਹੀਦੇ ਹਨ। ਕਿੰਨਾ ਸੰਘਰਸ਼ ਕੀਤਾ, ਕੀ ਚਾਹੁੰਦੇ ਹਨ, ਕਿਹੜਾ ਫਲਸਫਾ। ਸਿਰਫ ਇੱਥੋਂ ਤੱਕ ਨਾ ਸੀਮਿਤ ਰੱਖੋ, ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੋਚ ਪਹਿਲਾਂ ਦੇਖੋ ਬਾਬਾ ਸਾਹਿਬ ਦੀ ਸੋਚ ਕੀ ਸੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਬੜੇ ਧਿਆਨ ਦੇ ਨਾਲ ਮੇਰੀਆਂ ਗੱਲਾਂ ਸੁਣੀਆਂ, ਅਪਣਾਉਣ ਦੀ ਕੋਸ਼ਿਸ਼ ਕਰਿਓ। ਜੈ ਭੀਮ। ਅੱਜ ਪਿੰਡ ਅਲਾਦੀਨਪੁਰ ਦੇ ਵਿੱਚ
ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 127ਵਾਂ ਜਨਮ ਉਤਸਵ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਦੇ ਸਾਰੇ ਪਤਵੰਤੇ ਸੱਜਣ ਸ਼ਾਮਲ ਹੋਏ ਔਰ ਬਹੁਤ ਅੱਛੇ ਸੀਨੀਅਰ ਬੁਲਾਰੇ ਜਿਹੜੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ, ਉਹਨਾਂ ਦੇ ਸੰਘਰਸ਼, ਉਹਨਾਂ ਦੇ ਫਲਸਫੇ ਅਤੇ ਉਹਨਾਂ ਦੀ ਵਿਚਾਰਧਾਰਾ ਦੇ ਉੱਪਰ ਬੜੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਸਮਾਗਮ ਦਾ ਜਿਹੜਾ ਸਭ ਤੋਂ ਅੱਛਾ ਮੈਂ ਮਹਿਸੂਸ ਕਰਦਾ ਪ੍ਰਭਾਵ ਹੈ ਉਹ ਇਹ ਹੈ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਇਸਤਰੀਆਂ, ਬੀਬੀਆਂ ਜਿਹੜੀਆਂ ਉਹ ਸ਼ਾਮਲ ਹੋਈਆਂ ਅਤੇ ਉਹਨਾਂ ਨੇ ਬੜੇ ਸ਼ਾਂਤੀ ਨਾਲ, ਬੜੇ ਠਰਮੇ ਦੇ ਨਾਲ, ਬੜੇ ਤਹੱਮਲ ਦੇ ਨਾਲ ਜਿਹੜੀਆਂ ਵੀ ਵਿਚਾਰਾਂ ਹੋਈਆਂ ਉਹਨਾਂ ਨੂੰ ਸੁਣਿਆ ਔਰ ਇਹ ਇੱਕ ਤਰ੍ਹਾਂ ਦਾ ਪ੍ਰਣ ਵੀ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸੋਚ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਗੀਆਂ ਔਰ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ, ਅੱਛੇ ਸੰਸਕਾਰ ਪ੍ਰੇਰਿਤ ਕਰਨਗੀਆਂ। ਮੈਂ ਇਸ ਸਮਾਗਮ ਦੇ ਸਫਲ ਆਯੋਜਨ ਦੇ ਲਈ ਜਿਹੜੇ ਪ੍ਰਬੰਧਕ ਹਨ ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਵੀ ਦਿੰਦਾ ਅਤੇ ਸ਼੍ਰੀ ਗੁਰੂ ਰਵਿਦਾਸ ਜਿਹੜਾ ਧਰਮ ਸਥਾਨ ਹੈ ਉਸ ਦੀ ਪ੍ਰਬੰਧਕ ਕਮੇਟੀ ਵੀ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਪੂਰਾ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ। ਬਹੁਤ ਹੀ ਸਤਿਕਾਰਯੋਗ ਪਿੰਡ ਅਲਾਦੀਨਪੁਰ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 127ਵਾਂ ਜਨਮ ਦਿਨ ਬਹੁਤ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਹ ਪਿੰਡ ਬਹੁਤ ਹੀ ਜਾਗਰੂਕ ਔਰ ਇਸ ਪਿੰਡ ਦੇ ਵਿੱਚ ਸਾਰਿਆਂ ਦੀ ਬਹੁਤ ਆਪਸ ਵਿੱਚ ਭਾਈਚਾਰਾ ਹੈ ਔਰ ਸਭ ਦੀ ਏਕਤਾ ਹੈ ਔਰ ਅੱਜ ਇੱਥੇ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਕਿੰਨਾ ਸੋਹਣਾ, ਬਹੁਤ ਵਧੀਆ ਗੁਰੂ ਘਰ ਬਣਾਇਆ ਹੋਇਆ ਹੈ ਔਰ ਇਸ ਪੰਡਾਲ ਦੇ ਵਿੱਚ ਹੀ ਆਪਾਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਔਰ ਇੱਥੇ ਦੱਸਿਆ ਗਿਆ ਸੈਕਟਰੀ ਵੱਲੋਂ ਔਰ ਹੋਰ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਕਿ ਅੱਜ ਇਹ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 127ਵਾਂ ਜਨਮ ਦਿਨ ਮਨਾਇਆ, ਇਹ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਹੁੰਦੇ ਰਹੇ ਹਨ, ਪਰ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਉਹ ਪਹਿਲੀ ਵਾਰ ਮਨਾਇਆ ਗਿਆ ਹੈ। ਇਹ ਬਹੁਤ ਹੀ ਖੁਸ਼ੀ ਔਰ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਅਲਾਦੀਨਪੁਰ ਦੇ ਅਗਲ ਬਗਲ ਦੇ ਵਿੱਚ ਹੋਰ ਵੀ ਪਿੰਡ 10 ਪਿੰਡ ਲੱਗਦੇ ਹਨ, ਜਿਨ੍ਹਾਂ ਦੇ ਵਿੱਚੋਂ ਸੋਫੀ ਪਿੰਡ ਦੇ ਵਿੱਚ ਹੀ ਪ੍ਰੋਗਰਾਮ ਇਸ ਤਰ੍ਹਾਂ ਦੇ ਕੀਤੇ ਜਾਂਦੇ ਸਨ ਔਰ ਉਸ ਤੋਂ ਹੀ ਪ੍ਰੇਰਣਾ ਲੈ ਕੇ ਮੈਂ ਸਮਝਦਾ ਕਿ ਇੱਥੇ ਅਲਾਦੀਨਪੁਰ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ, ਇਹ ਸਾਰੇ ਬੀਬੀਆਂ, ਭੈਣਾਂ, ਨੌਜਵਾਨ ਵਧਾਈ ਦੇ ਪਾਤਰ ਹਨ ਜੋ ਇਹਨਾਂ ਨੇ ਸਾਨੂੰ ਇੱਥੇ ਪਹੁੰਚਣ ਦਾ ਮੌਕਾ ਦਿੱਤਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਦੇ ਉੱਪਰ ਸਭ ਨੂੰ ਰੌਸ਼ਨੀ ਪਾਉਣ ਦਾ ਮੌਕਾ ਮਿਲਿਆ ਔਰ ਸਭ ਨੇ ਪ੍ਰਣ ਕੀਤਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਸਿੱਖਿਆਵਾਂ, ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਇਕੱਠੇ ਹੋਵੋ ਦੇ ਉੱਤੇ ਚੱਲਣ ਦਾ ਪ੍ਰਣ ਲਿਆ। ਜੈ ਭੀਮ, ਜੈ ਭਾਰਤ। ਪਿੰਡ ਅਲਾਦੀਨਪੁਰ, ਗੁਰੂ ਰਵਿਦਾਸ ਮਹਾਰਾਜ ਗੁਰ ਧਰਮਸ਼ਾਲਾ ਨੌਜਵਾਨ ਸਭਾ ਸਾਡੀ ਜਿਹੜੀ ਕਮੇਟੀ ਆ, ਉਹਨਾਂ ਦੀ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਅੱਜ ਬਾਬਾ ਸਾਹਿਬ ਦਾ 127ਵਾਂ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ। ਅਸੀਂ ਸਾਰੇ ਆਏ ਹੋਏ ਵੀਰਾਂ ਦਾ, ਸੱਜਣਾਂ ਦਾ, ਬੁਲਾਰਿਆਂ ਦਾ, ਸਾਰਿਆਂ ਦਾ ਦਿਲ ਦਿਲੋਂ ਧੰਨਵਾਦ ਕਰਦੇ ਹਾਂ ਔਰ ਕਾਂਛੀ ਟੀਵੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਕਵਰ ਕੀਤਾ ਆ। ਤਾਂ ਦੇਸ਼ ਵਿਦੇਸ਼ ਵਿੱਚ ਬੈਠਿਆਂ ਨੂੰ ਸਾਰਿਆਂ ਨੂੰ ਇੰਨੀ ਦਿਖਾਉਣਾ ਆ, ਮੈਸੇਜ ਇੱਕ ਦੇਣਾ ਆ। ਸਾਨੂੰ, ਮੈਂ ਬਹੁਤਾ ਸਮਾਂ ਨਹੀਂ ਲੈਂਦਾ, ਸਾਨੂੰ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਕੇ, ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਦੀ ਸੋਚ ਨੂੰ ਅਪਣਾ ਕੇ, ਤਾਂ ਭਗਵਾਨ ਵਾਲਮੀਕੀ ਜੀ ਦੀ ਸੋਚ ਨੂੰ ਅਪਣਾ ਕੇ, ਤਾਂ ਸਤਿਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਅਪਣਾ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਆ। ਜੋ ਉਹਨਾਂ ਰਹਿਬਰਾਂ ਨੇ ਕਿਹਾ ਆ ਉਹਨਾਂ ਦੇ ਅਸੀਂ ਪੂਰਨਿਆਂ ਤੇ ਰਾਸਤਿਆਂ ਤੇ ਚੱਲੀਏ। ਤਾਂ ਮੈਂ ਪੂਰੀ ਸਮੂਹ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਅਸੀਂ ਬਾਬਾ ਸਾਹਿਬ ਦੇ ਰਾਸਤੇ ਤੇ, ਇਹਨਾਂ ਰਹਿਬਰਾਂ ਦੇ ਰਾਸਤਿਆਂ ਤੇ ਚੱਲ ਕੇ ਤਾਂ ਅਸੀਂ ਦਿੱਲੀ ਦਾ ਜਿਹੜਾ ਆ
ਤਖਤ ਆ ਉਹ ਫਤਿਹ ਕਰੀਏ, ਤਾਂ ਕਿ ਅਸੀਂ ਆਪਣੇ ਸਮਾਜ ਦੀ ਜਿਹੜੀ ਇੱਕ ਬਹੁਤ ਵਧੀਆ ਅੱਛੀ ਸਿਰਜਣਾ ਕਰੀਏ, ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਨੀਅਤ ਤੌਰ ਤੇ ਕੋਈ ਦੁੱਖ ਤਕਲੀਫ ਨਾ ਹੋਵੇ। ਸਾਰਿਆਂ ਦਾ ਮੈਂ ਆਇਆਂ ਦਾ ਬਾਹਰੋਂ ਆਇਆ ਹੋਏ ਵੀਰਾਂ ਦਾ ਔਰ ਪਿੰਡ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜੋ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ ਆ, ਬਹੁਤ ਸਰਾਹਨਾਯੋਗ ਆ। ਸਭ ਤੋਂ ਜ਼ਿਆਦਾ ਸਾਡੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਆ, ਜਿਹੜੀਆਂ ਕਿ ਆਪਣੇ ਬਾਬਾ ਸਾਹਿਬ ਦੀ ਔਰ ਗੁਰੂ ਰਵਿਦਾਸ ਮਹਾਰਾਜ ਦੀ ਤਾਂ ਇਹਨਾਂ ਰਹਿਬਰਾਂ ਦੀ ਜਿਹੜਾ ਮਿਸ਼ਨ ਨੂੰ ਸਮਝ ਕੇ ਇੱਥੋਂ ਜਾਣਗੀਆਂ, ਉਹ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਗੀਆਂ। ਅਸੀਂ ਇਹੀ ਇਹਨਾਂ ਤੋਂ ਆਸ ਕਰਦੇ ਹਾਂ ਕਿ ਬਾਬਾ ਸਾਹਿਬ ਦੀ ਜਿਹੜੀ ਆ ਵਿਚਾਰਧਾਰਾ ਨੂੰ ਅਪਣਾਈਏ। ਸਾਰਿਆਂ ਨੂੰ ਇੱਕ ਵਾਰੀ ਮੈਂ ਗੱਜ ਕੇ ਸਾਰਿਆਂ ਨੂੰ ਬੁਲਾਉਂਦਾ, ਜੈ ਭੀਮ, ਜੈ ਭਾਰਤ। ਜੈ ਗੁਰਦੇਵ, ਧੰਨ ਗੁਰਦੇਵ। ਮੈਂ ਡਾਕਟਰ ਭੀਮ ਦਾ ਬਾਬਾ ਸਾਹਿਬ ਦਾ 127ਵਾਂ ਜਨਮ ਦਿਨ ਤੇ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ। ਅੱਜ ਪਿੰਡ ਅਲਾਦੀਨਪੁਰ ਜ਼ਿਲ੍ਹਾ ਜਲੰਧਰ ਵਿਖੇ ਬਹੁਜਨ ਸਮਾਜ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤੀਦਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੇ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਮਨਾਇਆ ਗਿਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸਿਆਣੇ ਕਹਿੰਦੇ ਕਿ ਜਨਮ ਦਿਨ ਉਹਨਾਂ ਲੋਕਾਂ ਦੇ ਮਨਾਏ ਜਾਂਦੇ ਨੇ ਜਾਂ ਖੁਸ਼ੀਆਂ ਉਹਨਾਂ ਲੋਕਾਂ ਦੇ ਜਨਮ ਦਿਨਾਂ 'ਤੇ ਹੁੰਦੀਆਂ ਜਿਨ੍ਹਾਂ ਨੇ ਸਮਾਜ ਲਈ ਜਾਂ ਆਪਣੀ ਕੌਮ ਲਈ ਕੁਝ ਕੀਤਾ ਹੁੰਦਾ। ਜਿਹੜੇ ਲੋਕੀ ਰੋਟੀ ਪਾਣੀ ਖਾ ਕੇ ਇਸ ਦੁਨੀਆ ਚਲੇ ਜਾਂਦੇ ਆ, ਉਹਨਾਂ ਦੇ ਜਾਣ ਤੋਂ ਬਾਅਦ ਕੋਈ ਵੀ ਬੰਦਾ ਉਹਨਾਂ ਨੂੰ ਯਾਦ ਨਹੀਂ ਕਰਦਾ। ਜਿਹੜੇ ਲੋਕੀ ਜੂਨ ਕੱਟੀ ਕਰਕੇ ਚਲੇ ਜਾਂਦੇ ਆ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਯਾਦ ਸਿਰਫ ਉਹਨਾਂ ਲੋਕਾਂ ਨੂੰ ਕੀਤਾ ਜਾਂਦਾ ਜਿਹੜੇ ਆਪਣੇ ਸਮਾਜ ਦੀ ਖਾਤਰ, ਆਪਣੀ ਕੌਮ ਦੀ ਖਾਤਰ ਖੜ੍ਹਦੇ ਨੇ ਔਰ ਆਪਣੇ ਘਰ-ਬਾਰ ਦੀ ਪਰਵਾਹ ਕੀਤੇ ਬਿਨਾਂ ਇਸ ਦੇਸ਼ ਦੇ ਅੰਦਰ ਜੋ ਜਾਤ ਪਾਤ ਊਚ ਨੀਚ ਦੀ ਵਿਵਸਥਾ, ਉਸ ਨੂੰ ਗੈਰ ਬਰਾਬਰੀ ਵਾਲੀ ਵਿਵਸਥਾ ਨੂੰ ਇੱਕ ਸਮਾਨ ਅੰਤਰ ਕਰਨਾ ਚਾਹੁੰਦੇ ਹਨ। ਉਹਨਾਂ ਵਿੱਚੋਂ ਪ੍ਰਮੁੱਖ ਤੌਰ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਇਸ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਮਹਾਨ ਪੜ੍ਹੇ ਲਿਖੇ ਵਿਦਵਾਨਾਂ 'ਚੋਂ ਇੱਕ ਹੋਏ ਹਨ। ਉਹਨਾਂ ਦਾ ਅੱਜ ਇਸ ਨਗਰ ਵਿਖੇ ਅਲਾਦੀਨਪੁਰ ਜ਼ਿਲ੍ਹਾ ਜਲੰਧਰ ਵਿਖੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਬਹੁਤ ਸਾਰੇ ਬੁੱਧੀਜੀਵੀਆਂ ਵੱਲੋਂ, ਰਾਜਨੀਤਿਕ ਧਾਰਮਿਕ ਆਗੂਆਂ ਦੇ ਵੱਲੋਂ ਡਾਕਟਰ BR ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ ਔਰ ਇਹ ਸਾਰੀਆਂ ਸੰਗਤਾਂ ਦੇ ਵੱਲੋਂ ਪ੍ਰਣ ਕੀਤਾ ਗਿਆ ਕਿ ਜੋ ਨਾਅਰਾ ਦਿੱਤਾ ਗਿਆ ਕਿ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹ ਕਿਹੜੀ ਸੋਚ ਹੈ, ਇਸ ਨੂੰ ਜਨ ਜਨ ਤੱਕ ਅੱਜ ਜਿਹੜੀ ਗੱਲ ਹੈ ਸਮਝਾਈ ਗਈ ਹੈ ਔਰ ਉਸ 'ਤੇ ਪਹਿਰਾ ਦੇਣ ਲਈ ਅੱਜ ਸਾਰੀਆਂ ਸੰਗਤਾਂ ਨੇ ਪ੍ਰਣ ਕੀਤਾ ਆ। ਆਓ ਸਾਰੇ ਰਲ ਮਿਲ ਕੇ ਬਾਬਾ ਸਾਹਿਬ ਨੂੰ ਆਪਾਂ ਨਮਨ ਕਰਦੇ ਹੋਏ ਉਹਨਾਂ ਦੇ ਰਸਤੇ 'ਤੇ ਦਰਸਾਏ ਹੋਏ ਮਾਰਗ 'ਤੇ ਚੱਲਣ ਦਾ ਪ੍ਰਣ ਕਰੀਏ। ਜੈ ਗੁਰੂਦੇਵ, ਧੰਨ ਗੁਰੂਦੇਵ, ਜੈ ਭੀਮ, ਜੈ ਭਾਰਤ। ਜੈ ਗੁਰਦੇਵ, ਧੰਨ ਗੁਰਦੇਵ, ਜੈ ਗੁਰਦੇਵ, ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ, ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਜੈ ਗੁਰਦੇਵ, ਧੰਨ ਗੁਰਦੇਵ, ਜੈ ਗੁਰਦੇਵ, ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ, ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ।